ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਮਹਾਮਾਰੀ ਦੇ ਇਸ ਦੌਰ ਦੇ ਵਿੱਚ ਅਸੀਂ ਜੋ ਪ੍ਰੋਗਰਾਮ ਕਰ ਰਹੇ ਹਾਂ ਉਹ ਹੈ ਜਿਹੜੇ ਸਾਡੇ ਪੰਜਾਬ ਸੂਬੇ ਦੇ ਮੰਤਰੀ ਨੇ ਔਰ ਕੈਬਨਿਟ ਮਿਨਿਸਟਰ ਨੇ ਔਰ ਜਿਹੜੇ ਸਾਡੇ ਬਿਊਰੋਕਰੈਟਸ ਨੇ, ਅਫਸਰ ਨੇ, ਉਹਨਾਂ ਦਾ ਜੋ ਕੱਲ ਟਕਰਾਅ ਹੋਇਆ ਉਹ ਤੇ ਗੱਲ ਕਰਨੀ ਹੈ। ਲੇਕਿਨ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਦੁਨੀਆ ਦੇ ਵਿੱਚ ਇਸ ਵੇਲੇ 2,80,000 ਲੋਕ ਜਾ ਚੁੱਕੇ ਨੇ ਇਸ ਮਹਾਮਾਰੀ ਦੇ ਕਾਰਨ। ਤੇ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ 63,450 ਲੋਕ ਇੱਥੇ ਕਰੋਨਾ ਦੇ ਨਾਲ ਪੀੜਿਤ ਨੇ ਤੇ 2,110 ਜਿਹੜੇ ਨੇ ਉਹ ਮੌਤਾਂ ਇੰਡੀਆ 'ਚ ਹੋਈਆਂ ਨੇ। ਪੰਜਾਬ ਦੀ ਗੱਲ ਜੇ ਕਰੀਏ ਤੇ ਪੰਜਾਬ ਦੇ ਵਿੱਚ 1762 ਕੇਸ ਆ ਚੁੱਕੇ ਨੇ ਔਰ 31 ਮੌਤਾਂ ਹੋ ਚੁੱਕੀਆਂ ਨੇ, 157 ਠੀਕ ਵੀ ਹੋਏ ਨੇ। ਇਹ ਹੈ ਸਾਡੀ ਇਸ ਦੀ ਸਥਿਤੀ। ਇਸ ਸਥਿਤੀ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਜਿਹੜੀ ਬਹੁਤ ਇੰਪੋਰਟੈਂਟ ਹੈ। ਕਾਰਨ ਇਹ ਹੈ ਕਿ ਰੌਲਾ ਇਹ ਸੀ ਕਿ ਜਿਹੜੀ ਸਾਡੀ ਆਬਕਾਰੀ ਨੀਤੀ ਹੈ, ਪਹਿਲਾ ਅਸਲ ਇਸ਼ੂ ਤਾਂ ਇਹ ਸੀ ਕਿ ਠੇਕੇ ਖੋਲਣੇ ਚਾਹੀਦੇ ਨੇ। ਕੈਪਟਨ ਸਾਹਿਬ ਨੇ ਸਭ ਤੋਂ ਪਹਿਲਾਂ ਲਿਖਿਆ, ਚਲੋ ਠੇਕੇ ਖੋਲਣ ਦੀ ਗੱਲ ਹੋਈ, ਉਦੋਂ ਵੀ ਬਹੁਤ ਰਾਜਨੀਤੀ ਹੋਈ। ਬਹੁਤ ਲੋਕਾਂ ਨੇ ਕਿਹਾ ਕਿ ਜੀ ਇਹ ਠੇਕੇ ਅਕਾਲੀ ਔਰ ਭਾਰਤੀ ਜਨਤਾ ਪਾਰਟੀ, ਇਹ ਦੇਖੋ ਜੀ ਠੇਕੇ ਖੋਲ ਰਹੇ ਨੇ। ਲੇਕਿਨ ਜਦੋਂ ਭਾਰਤੀ ਜਨਤਾ ਪਾਰਟੀ ਨੇ ਰੈੱਡ ਜ਼ੋਨ 'ਚ ਵੀ ਠੇਕੇ ਖੋਲਣ ਦਾ ਐਲਾਨ ਕਰਤਾ, ਉਹ ਸਾਰੇ ਚੁੱਪ ਕਰ ਗਏ। ਚਲੋ ਠੇਕੇ ਖੋਲਣ ਦਾ ਐਲਾਨ ਹੋ ਗਿਆ, ਇਹ ਗੱਲ ਵੱਖਰੀ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਹੋਮ ਡਿਲੀਵਰੀ ਦੀ ਗੱਲ ਚੱਲ ਪਈ। ਹੋਮ ਡਿਲੀਵਰੀ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਹੈ ਇਸ਼ੂ ਵੀ ਇਹਨਾਂ ਨੂੰ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ, ਉਹਦਾ ਵਿਵਾਦ ਚੱਲ ਗਿਆ। ਅਕਾਲ ਤਖਤ ਦੇ ਜਥੇਦਾਰ ਕਹਿੰਦਾ ਗੁਰਦੁਆਰੇ ਬੰਦ ਨੇ ਤੇ ਇੱਥੇ ਤੁਸੀਂ ਇਹ ਕਰ ਰਹੇ ਹੋ। ਦੂਜੇ ਪਾਸੇ ਇਹ ਵੀ ਹੋਇਆ, ਬਹੁਤ ਮਿਨਿਸਟਰਸ, MLAs, ਉਹਨਾਂ ਦੀਆਂ ਪਤਨੀਆਂ ਵੀ ਅੱਗੇ ਆ ਗਈਆਂ ਜੀ ਇਹ ਕਿਉਂ ਕਰ ਰਹੇ ਨੇ। ਉਹ ਇੱਕ ਵਿਵਾਦ ਹਾਲੇ ਚੱਲ ਹੀ ਰਿਹਾ ਸੀ। ਉਹਦੇ ਵਿੱਚ ਜਿਹੜੀ ਹੈ ਕੈਬਨਿਟ ਦੀ ਮੀਟਿੰਗ ਰੱਖੀ, ਇਸ ਕਰਕੇ ਰੱਖੀ ਗਈ ਕਿ ਇਹ ਆਬਕਾਰੀ ਜਿਹੜੀ ਹੈ ਇਹਦੇ ਵਿੱਚ ਜਿਹੜੇ ਠੇਕੇਦਾਰ ਨੇ, ਜਿਹੜੇ ਸਟ੍ਰਾਈਕ ਕਰੀ ਬੈਠੇ ਨੇ ਅਸੀਂ ਠੇਕੇ ਨਹੀਂ ਖੋਲਣੇ, ਉਹਨਾਂ ਦੀਆਂ ਮੰਗਾਂ ਤੇ ਵੀ ਵਿਚਾਰ ਕਰ ਲਈਏ, ਹੋਮ ਡਿਲੀਵਰੀ ਬਾਰੇ ਵੀ ਗੱਲ ਕਰ ਲਈਏ। ਔਰ ਪਹਿਲੀ ਜਿਹੜੀ ਕੈਬਨਿਟ ਮੀਟਿੰਗ 'ਚ ਫੈਸਲਾ ਨਹੀਂ ਹੋ ਸਕਿਆ, ਕਾਰਨ ਉਦੋਂ ਵੀ ਇਹੀ ਸੀ ਇੱਕ ਕਿਸਮ ਦਾ ਕਿ ਅਫਸਰਸ਼ਾਹੀ ਜਿਹੜੇ ਚੀਫ ਸੈਕਟਰੀ ਹੈ ਉਹਨਾਂ ਨੇ ਟੇਬਲ ਏਜੰਡਾ ਲਿਆਂਦਾ ਤੇ ਮਿਨਿਸਟਰਸ ਕਹਿਣ ਲੱਗੇ ਕਿ ਇਹ ਅਸੀਂ ਪੜ੍ਹਿਆ ਨਹੀਂ, ਅਸੀਂ ਕਿਵੇਂ ਇਹਨੂੰ ਪਾਸ ਕਰ ਦਈਏ। ਐਨੀਵੇ ਉਸ ਤੋਂ ਬਾਅਦ ਕੀ ਹੋਇਆ ਤੇ ਜਦੋਂ ਕੱਲ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਮੀਟਿੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਵੀ ਅੱਜ ਖੈਰ ਨਹੀਂ। ਕਾਰਨ ਇਹ ਹੋਇਆ ਕਿ ਮਿਨਿਸਟਰਸ ਬੈਠੇ ਨੇ ਔਰ ਦੂਜੇ ਪਾਸੇ ਇਹ ਪਤਾ ਲੱਗਿਆ ਜਿਹੜੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਨੇ ਉਹ ਤਾਂ ਵੀਡੀਓ ਤੋਂ ਗੱਲ ਕਰਨਗੇ ਤੇ ਇਹ ਪ੍ਰੋਟੋਕੋਲ ਦੇ ਖਿਲਾਫ ਸੀ ਗੱਲ। ਔਰ ਮਿਨਿਸਟਰ ਜੀ ਨੇ ਆਬਜੈਕਸ਼ਨ ਕੀਤਾ, ਉਹਨਾਂ ਨੂੰ ਆਉਣਾ ਪਿਆ, ਆ ਗਏ। ਔਰ ਹੁਣ ਆਉਣ ਤੋਂ ਬਾਅਦ ਜੋ ਕੁਝ ਉੱਥੇ ਹੋਇਆ ਉਸ ਮੀਟਿੰਗ ਦੇ ਵਿੱਚ ਕਿ ਪਹਿਲਾਂ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੇ ਮਸਲਾ ਉਠਾਇਆ ਕਿ ਇਹ ਕੀ ਹੋ ਰਿਹਾ ਹੈ, ਕਿ ਇਹ ਕਹਿੰਦੇ ਕੁਛੋਂ ਆਬਕਾਰੀ ਨੀਤੀ ਬਣਦੀ ਕੁਛ ਹੈ, ਹੁੰਦਾ ਕੁਛ ਹੈ, ਜਿਹੜਾ ਹੈ ਟੀਚਾ ਕੁਛ ਹੋਰ ਮਿਥਿਆ ਜਾਂਦਾ, ਪੂਰਾ ਹੁੰਦਾ ਨਹੀਂ, ਇਹਦੀ ਜ਼ਿੰਮੇਵਾਰੀ ਫਿਕਸ ਨਹੀਂ ਹੁੰਦੀ। ਇਹੀ ਗੱਲ ਚਰਨਜੀਤ ਚੰਨੀ ਨੇ ਕਹੀ ਕਿ ਤੁਸੀਂ ਕਹਿ ਰਹੇ ਹੋ ਕਿ 12% ਇਨਕਰੀਜ਼ ਨਾਲ ਪੁਰਾਣੇ ਠੇਕੇਦਾਰਾਂ ਨੂੰ ਦੇ ਦਾਂਗੇ, ਲੇਕਿਨ ਉਹ 70% ਨੂੰ ਦਿੱਤਾ ਗਿਆ, 30% ਕਿੱਥੇ ਹੈ? ਰਲ ਮਿਲ ਕੇ ਕੀ ਇਹ ਚੱਲ ਰਿਹਾ ਕੰਮ? ਇਹ ਗੱਲਾਂ ਹੀ ਚੱਲਦੀ ਰਹੀ। ਇਸ ਦੇ ਵਿੱਚ ਕਰਨ ਅਵਤਾਰ ਸਿੰਘ ਨੇ ਇਹ ਕਿਹਾ ਕਿ ਮੇਰੇ ਨਾਲ ਹੀ ਇਹ ਸਾਰਾ ਕੁਛ ਕੈਪਟਨ ਸਾਹਿਬ ਨਾਲ ਗੱਲ ਕਰੋ। ਮਤਲਬ ਕਿ ਤਲਖ ਕਲਾਮੀ ਹੋ ਗਈ। ਤਲਖ ਕਲਾਮੀ ਇੰਨੀ ਹੋ ਗਈ ਕਿ ਸਭ ਤੋਂ ਸੀਨੀਅਰ ਜਿਹੜਾ ਮੰਤਰੀ ਤੇ MLA ਬਹੁਤ ਵਾਰ ਰਿਹਾ ਬ੍ਰਹਮ ਮਹਿੰਦਰਾ, ਉਹ ਵੀ ਉੱਠ ਕੇ ਚਲੇ ਗਏ, ਮਨਪ੍ਰੀਤ ਸਿੰਘ ਵੀ ਉੱਠ ਕੇ ਚਲੇ ਗਏ ਬਾਦਲ ਸਾਹਿਬ। ਉਸ ਤੋਂ ਬਾਅਦ ਚਰਨਜੀਤ ਚੰਨੀ ਤੇ ਫਿਰ ਸਾਰੇ ਮੰਤਰੀ ਮੰਡਲ ਚਲਿਆ ਗਿਆ। ਇਸ ਮੰਤਰੀ ਮੰਡਲ ਦੀ ਮੀਟਿੰਗ 'ਚ ਸਿਰਫ ਦੋ ਹੀ ਮੰਤਰੀ ਨਹੀਂ ਸੀ, ਭਾਰਤ ਭੂਸ਼ਣ ਔਰ ਰਜ਼ੀਆ ਸੁਲਤਾਨਾ, ਬਾਕੀ ਸਾਰੇ ਉੱਥੇ ਹਾਜ਼ਰ ਸੀ, ਉਹ ਚਲੇ ਗਏ। ਇਹ ਜਿਹੜੀ ਤਲਖ ਕਲਾਮੀ ਹੈ ਤੇ ਜਿਹੜਾ ਵਾਕਆਊਟ ਹੈ, ਇਹ ਵਾਕਆਊਟ ਕਦੋਂ ਹੋਇਆ ਇਹ ਵੀ ਦਰਸ਼ਕਾਂ ਨੂੰ ਦੱਸ ਦਈਏ। ਉਦੋਂ ਹੋਇਆ ਜਦੋਂ ਕੈਪਟਨ ਸਾਹਿਬ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਇਹਨਾਂ ਨੂੰ ਸੰਬੋਧਨ ਕਰਨਾ ਸੀ, ਜਦੋਂ ਇਹ ਸਰਬਸੰਮਤੀ ਨਾਲ ਪਾਸ ਕਰ ਲੈਂਦੇ। ਲੇਕਿਨ ਲੱਗ ਇਹ ਰਿਹਾ
ਕਿ ਜਿਹੜੀ ਗੱਲ ਚਰਨਜੀਤ ਚੰਨੀ ਨੇ ਕੀਤੀ, ਜਿਹੜਾ ਇਸ਼ੂ ਉਠਾਇਆ ਮਨਪ੍ਰੀਤ ਬਾਦਲ ਨੇ, ਉਹਦੇ 'ਚ ਦਮ ਹੈ। ਗੱਲ ਇਹ ਸੀ ਕਿ ਇਸ਼ੂ ਤਾਂ ਇਹ ਬਣ ਰਿਹਾ ਸੀ ਕਿ ਠੇਕੇਦਾਰਾਂ ਦੀ ਮੰਗਾਂ 36 ਦਿਨ, ਉਹ ਜਿਹੜਾ ਪਿਛਲਾ ਲਾਕਡਾਊਨ ਦਾ ਪੀਰੀਅਡ, ਉਹ ਵਾਧਾ ਮੰਗਦੇ ਸੀ ਅਗਲੇ ਸਾਲ ਦੇ ਵਿੱਚ। ਹੋਰ 2-4 ਮੰਗਾਂ ਸੀ, ਜਿਵੇਂ ਹੱਤੇ ਵਾਲੀ ਮੰਗ ਸੀ ਕਿ ਹੱਤੇ ਤਾਂ ਬੰਦ ਨੇ, ਉਹਦਾ ਟੈਕਸ ਅਸੀਂ ਕਿਉਂ ਦੇਈਏ। ਟਾਈਮਿੰਗ ਦੀ ਮੰਗ ਸੀ, ਹੋਮ ਡਿਲੀਵਰੀ ਦਾ ਇਸ਼ੂ ਸੀ। ਕਿਸੇ ਵੀ ਡਿਲੀਵਰੀ ਤੇ, ਕਿਸੇ ਵੀ ਜਿਹੜੇ ਇਸ਼ੂ ਤੇ ਸਰਬਸੰਮਤੀ ਹੋਣ ਤੋਂ ਪਹਿਲਾਂ ਹੀ ਤਲਖ ਕਲਾਮੀ ਵੱਧ ਗਈ। ਔਰ ਨਜ਼ਰ ਆਇਆ ਕਿ ਕਰਨ ਅਵਤਾਰ ਸਿੰਘ ਦੀ ਜਿਹੜੀ ਹੈ, ਮੈਂ ਉਸ ਲਫ਼ਜ਼ ਨਹੀਂ ਯੂਜ਼ ਕਰਦਾ ਜੋ ਜਾਖੜ ਸਾਹਿਬ ਨੇ ਕੀਤਾ, ਹੈਂਕੜਬਾਜ਼ੀ। ਔਰ ਦੂਜੇ ਪਾਸੇ ਰਵਨੀਤ ਬਿੱਟੂ ਨੇ ਇਹਦੇ ਵਿੱਚ ਹੋਰ ਗੱਲ ਕਰਤੀ। ਰਵਨੀਤ ਬਿੱਟੂ ਕਹਿੰਦਾ ਜਿਹੜੇ ਮੰਤਰੀ ਨਹੀਂ ਕਰਨਾ ਚਾਹੁੰਦੇ ਉਹ ਆਦਾ ਛੱਡ ਕੇ ਚਲੇ ਜਾਣ, ਵਰਕ ਪ੍ਰੈਸ਼ਰ 'ਚ ਹੋਰ ਬੜੇ ਲੋਕ ਹੈਗੇ ਨੇ ਕੰਮ ਕਰਨ ਵਾਲੇ। ਤਾਂ ਕੱਲਾ ਰਵਨੀਤ ਬਿੱਟੂ ਨਹੀਂ ਬੋਲਿਆ, ਹੋਰ ਵੀ ਬੰਦੇ ਬੋਲੇ। ਸੁੱਖੀ ਰੰਧਾਵਾ ਕਹਿੰਦੇ ਅਫਸਰਸ਼ਾਹੀ ਪੰਜਾਬ ਨੂੰ ਲੁੱਟ ਕੇ ਖਾ ਗਈ। ਔਰ ਇਹ ਤੋਂ ਲੱਗਣ ਲੱਗ ਗਿਆ ਵੀ ਸਮਥਿੰਗ ਰੋਂਗ ਸਮਵੇਅਰ, ਜੇ ਇਹੋ ਜਿਹਾ ਕੁਝ ਚੱਲ। ਸਾਰੀਆਂ ਗੱਲਾਂ ਜਦੋਂ ਅਸੀਂ ਕਰ ਰਹੇ ਸੀ ਤੇ ਉਸ ਵੇਲੇ ਇਹ ਸਾਰੇ ਮੀਡੀਆ ਦੇ ਵਿੱਚ ਇਹ ਗੱਲ ਬਾਹਰ ਆ ਗਈ। ਤਾਂ ਉਹੀ ਗੱਲ ਤੇ ਅਸੀਂ ਚਰਚਾ ਕਰਨੀ ਹੈ ਕਿ ਇਹ ਸਾਡੇ ਦੇਸ਼ ਦੇ ਵਿੱਚ, ਸਾਡੇ ਸੂਬੇ ਦੇ ਵਿੱਚ ਇੱਕ ਲੋਕਤੰਤਰਿਕ ਕੰਮ ਹੋ ਰਿਹਾ, ਸੰਵਿਧਾਨਿਕ ਕੰਮ ਹੈ ਕਿ ਇੱਕ ਮੁੱਖ ਮੰਤਰੀ ਦਾ ਮੰਤਰੀ ਮੰਡਲ ਉਹਦੀ ਬਿਊਰੋਕ੍ਰੇਸੀ ਦੇ ਖਿਲਾਫ ਇਸ ਤਰ੍ਹਾਂ ਦੀ ਗੱਲ ਕਰਦਾ ਕਿ ਬਿਊਰੋਕ੍ਰੇਸੀ ਇਹ ਕੁਝ ਕਰ ਰਹੀ ਹੈ, ਅਫਸਰਸ਼ਾਹੀ ਇਹ ਕਰ ਰਹੀ ਹੈ। ਇਹ ਤੇ ਆਪਾਂ ਚਰਚਾ ਕਰਨੀ ਹੈ। ਤੇ ਚਰਚਾ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਅੱਜ ਜਿਹੜੇ ਮਹਿਮਾਨ ਆਏ ਨੇ, ਮੈਂ ਤੁਹਾਡਾ ਉਹਨਾਂ ਦਾ ਤਾਰਫ ਕਰਾਉਣਾ ਹੈ। ਸਾਡੇ ਨਾਲ ਸਰਦਾਰ ਵਿਰਸਾ ਸਿੰਘ ਬਲਟੋਹਾ ਨੇ। ਬਲਟੋਹਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਸਾਡੇ ਨਾਲ ਨੇ। ਤੇ ਨਾਲ ਸਾਡੇ ਸ਼ਾਮਲ ਨੇ ਮਨਪ੍ਰੀਤ ਸਿੰਘ ਬਣੀ ਸੰਧੂ। ਬਣੀ ਸੰਧੂ ਜੀ ਜਿਹੜੇ ਨੇ ਉਹ ਸ਼੍ਰੋਮਣੀ ਕਾਂਗਰਸ ਪਾਰਟੀ ਦੇ ਨੁਮਾਇੰਦੇ ਨੇ, ਵਾਈਸ ਚੇਅਰਮੈਨ ਨੇ ਪੰਜਾਬ ਐਗਰੋ ਇੰਡਸਟਰੀ ਦੇ, ਔਰ ਕਾਂਗਰਸ ਦੇ ਸਪੋਕਸਪਰਸਨ ਨੇ। ਤੇ ਨਾਲ ਸਾਡੇ ਮੀਤ ਹੇਅਰ ਨੇ, ਮੀਤ ਹੇਅਰ ਸਾਹਿਬ ਬਰਨਾਲਾ ਤੋਂ MLA ਨੇ ਆਮ ਆਦਮੀ ਪਾਰਟੀ ਦੇ। ਬਲਟੋਹਾ ਸਾਹਿਬ, ਇਹ ਜਿਹੜੀ ਮੈਂ ਲੰਬੀ ਚੌੜੀ ਇੰਟਰੋਡਕਸ਼ਨ ਦਿੱਤੀ ਹੈ, ਇਹਦੇ ਹਵਾਲੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਵਾਲੀਆ ਸਾਹਿਬ, ਸਭ ਤੋਂ ਪਹਿਲੀ ਤੇ ਬਦਕਿਸਮਤੀ ਕਹਿ ਸਕਦੇ ਹਾਂ ਕਿ ਪੰਜਾਬ ਦੇ ਇਤਿਹਾਸ ਵਿੱਚ, ਸ਼ਾਇਦ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਵਾਪਰਿਆ ਹੈ ਕਿ ਜਿਹੜੀ ਕੈਬਨਿਟ ਹੈ ਉਹ ਕੈਬਨਿਟ ਮੀਟਿੰਗ ਤੋਂ ਬਾਈਕਾਟ ਕਰਕੇ ਚਲੇ ਜਾਏ, ਔਰ ਮੁੱਖ ਮੰਤਰੀ ਨੇ ਉਹ ਕੈਬਨਿਟ ਸੱਦੀ ਹੋਵੇ ਔਰ ਏਜੰਡਾ ਡਿਲੀਵਰ ਹੋਇਆ ਹੋਵੇ, ਤੇ ਉਹਦੇ ਬਾਵਜੂਦ ਜਿਹੜੀ ਕੈਬਨਿਟ ਆ ਉੱਥੇ ਅੰਦਰ ਕੀ ਹੋਇਆ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ, ਜੋ ਉੱਥੇ ਮਸਲੇ ਵਿਚਾਰੇ ਗਏ ਜਾਂ ਕਿਹਨੇ ਕੀ ਵਿਚਾਰ ਰੱਖੇ, ਪਰ ਕੀ ਮੰਤਰੀਆਂ ਵੱਲੋਂ ਅਫਸਰਸ਼ਾਹੀ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਾਂ ਅਫਸਰਸ਼ਾਹੀ ਨੇ ਆਪਣੇ ਅਧਿਕਾਰਾਂ ਤੋਂ ਵੱਧ ਕੇ ਮੰਤਰੀ ਸਾਹਿਬਾਨ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਔਰ ਆਪਣੇ ਅਧਿਕਾਰਾਂ ਤੋਂ ਵੱਧ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਵੱਖਰਾ ਵਿਸ਼ਾ ਹੈ। ਐਕਸਾਈਜ਼ ਪਾਲਿਸੀ ਕੀ ਹੈ, ਕੀ ਬਣਾਉਣੀ ਹੈ, ਇਹ ਆਪਾਂ ਵੱਖਰਾ ਡਿਸਕਸ ਕਰ ਲੈਂਦੇ ਹਾਂ। ਪਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਵੇਲੇ ਕੀ ਪੰਜਾਬ ਦੇ ਅੰਦਰ ਕੋਈ ਸਰਕਾਰ ਹੈਗੀ, ਕੋਈ ਕੈਬਨਿਟ ਹੈਗੀ? ਕੈਬਨਿਟ ਹਮੇਸ਼ਾ ਹੀ ਮੁੱਖ ਮੰਤਰੀ ਦੇ ਨਾਲ ਹੁੰਦੀ ਹੈ, ਮੁੱਖ ਮੰਤਰੀ ਦੇ ਵਿੱਚ ਉਹਨਾਂ ਨੂੰ ਭਰੋਸਾ ਹੁੰਦਾ ਹੈ। ਤੇ ਜੇ ਕੈਬਨਿਟ ਨੂੰ ਆਪਣੇ ਮੁੱਖ ਮੰਤਰੀ ਤੇ ਭਰੋਸਾ ਨਹੀਂ, ਆਪਣੇ ਮੁੱਖ ਮੰਤਰੀ ਦੇ ਵਿਚਾਰਾਂ ਤੋਂ ਉਹ ਬਾਈਕਾਟ ਕਰਕੇ ਬਾਹਰ ਆ ਜਾਂਦੇ ਨੇ, ਵਿਰੋਧ ਪ੍ਰਗਟ ਕਰਦੇ ਨੇ ਇੱਕ ਤਰ੍ਹਾਂ ਦਾ, ਇਹਦਾ ਮਤਲਬ ਪੰਜਾਬ ਦੇ ਅੰਦਰ ਸੰਵਿਧਾਨਕ ਸੰਕਟ ਜਿਹੜਾ ਆ ਉਹ ਖੜਾ ਹੋ ਗਿਆ। ਤੇ ਸੰਵਿਧਾਨਕ ਸੰਕਟ ਜਿਹੜਾ ਆ ਉਹਨੂੰ ਵੇਖਣਾ ਰਾਜਪਾਲ ਜੀ ਦਾ ਕੰਮ ਹੈ, ਉਹ ਕੀ ਦੇਖਦੇ ਨੇ, ਕੀ ਕਰਦੇ ਨੇ। ਪਰ ਇਸ ਵੇਲੇ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪੰਜਾਬ ਸਰਕਾਰ ਚਲਾਉਣ ਦਾ ਕੋਈ ਅਧਿਕਾਰ ਨਹੀਂ। ਬਾਕੀ ਰਹਿ ਗਈ ਗੱਲ ਕਿ ਕੇਂਦਰ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ ਜਿਹੜੇ ਜਿੱਥੇ ਬਾਕੀ ਦੁਕਾਨਾਂ ਖੋਲਣੀਆਂ ਉੱਥੇ ਨਾਲ ਠੇਕੇ ਵੀ ਖੋਲੋ, ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਮੰਗ ਕਰਦੇ ਸੀ ਕਿ ਤੁਸੀਂ ਦੁਕਾਨਾਂ ਖੁਲਵਾਤੀਆਂ ਜੀ, ਤੁਸੀਂ ਠੇਕੇ ਨਹੀਂ ਖੁਲਵਾਉਂਦੇ। ਇਹਦੇ ਪਿੱਛੇ ਉਹਨਾਂ ਦਾ ਕੀ ਕਾਰਨ ਸੀ, ਇੱਕ ਵੱਖਰੀ ਗੱਲ ਹੈ। ਪੰਜਾਬ ਦੇ ਅੰਦਰ ਠੇਕੇ ਖੋਲਣ ਦਾ ਹੁਕਮ ਹੋਇਆ ਔਰ 2 ਦਿਨ ਠੇਕੇ ਖੁੱਲੇ ਵੀ, ਔਰ ਠੇਕਿਆਂ ਦੇ ਉੱਤੇ ਕੋਈ ਸ਼ਰਾਬ ਲੈਣ ਵਾਸਤੇ ਆਇਆ ਹੀ ਨਹੀਂ। ਕਿਉਂ ਨਹੀਂ ਆਇਆ? ਉਹ ਪੰਜਾਬ ਜਿੱਥੇ ਪੂਰੇ ਹਿੰਦੁਸਤਾਨ ਚੋਂ ਸ਼ਰਾਬ ਦੀ ਸਭ ਤੋਂ ਵੱਧ ਖਪਤ ਹੈ, ਤੇ ਜਦੋਂ
ਲਗਭਗ 45 ਦਿਨ ਬਾਅਦ ਠੇਕੇ ਖੁੱਲਣ ਜਾ ਰਹੇ ਸੀ ਪੰਜਾਬ ਦੇ ਅੰਦਰ, ਤੇ ਲੰਬੀਆਂ ਲਾਈਨਾਂ ਲੱਗਣੀਆਂ ਚਾਹੀਦੀਆਂ ਸੀ। ਜਿਸ ਤਰ੍ਹਾਂ ਪੂਰੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਜਿੱਥੇ ਠੇਕੇ ਖੋਲੇ ਗਏ ਨੇ, ਜਿਵੇਂ ਦਿੱਲੀ ਦੀ ਆਪਣੇ ਸਾਹਮਣੇ ਉਦਾਹਰਨ ਹੈ, ਤੇ ਲਾਈਨਾਂ ਲੱਗੀਆਂ, ਕੰਟਰੋਲ ਕਰਨਾ ਔਖਾ ਹੋ ਗਿਆ। ਉਸ ਤਰ੍ਹਾਂ ਲਾਈਨਾਂ ਲੱਗਣੀਆਂ ਚਾਹੀਦੀਆਂ ਸੀ ਲੋਕਾਂ ਦੀਆਂ, ਜਿਹੜੇ ਪਿਆਕੜ ਸੀਗੇ, ਪਰ ਨਹੀਂ ਲੱਗੀਆਂ। ਕਿਉਂ ਨਹੀਂ ਲੱਗੀਆਂ? ਇਸ ਕਰਕੇ ਨਹੀਂ ਲੱਗੀਆਂ ਕਿ ਲੋਕਾਂ ਨੂੰ ਸ਼ਰਾਬ ਜਿਹੜੀ ਆ 2 ਨੰਬਰ ਦੇ ਵਿੱਚ ਠੇਕੇਦਾਰਾਂ ਵੱਲੋਂ, ਕਾਂਗਰਸੀ ਆਗੂਆਂ ਵੱਲੋਂ, ਕਾਂਗਰਸੀ, ਜਿਸ ਤਰ੍ਹਾਂ ਅੱਜ ਇੱਕ ਅਖਬਾਰ ਦੇ ਸੀਨੀਅਰ ਪੱਤਰਕਾਰ ਨੇ ਵੀ ਜ਼ਿਕਰ ਕੀਤਾ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਕਰੋਨਾ ਦੇ ਦੌਰਾਨ ਸ਼ਰਾਬ ਵੇਚ ਕੇ 2 ਨੰਬਰ ਦਾ ਧੱਦਾ ਕਰਕੇ ਬੜੀ ਵੱਡੀ ਕਮਾਈ ਕੀਤੀ ਹੈ, ਔਰ ਹਰੇਕ ਤੱਕ ਉਹਨਾਂ ਨੇ ਸ਼ਰਾਬ ਪਹੁੰਚਦੀ ਕੀਤੀ ਹੈ। ਜਿਹੜੀ ਹੋਮ ਡਿਲੀਵਰੀ ਦੀ ਗੱਲ ਚੱਲਦੀ ਹੈ, ਬਲਟੋਹਾ ਸਾਹਿਬ ਤੁਸੀਂ ਤਾਂ ਕਹਿ ਰਹੇ ਹੋ ਕਾਂਗਰਸੀ ਵਿਧਾਇਕਾਂ ਨੇ, ਲੇਕਿਨ ਕਾਂਗਰਸੀ ਮੰਤਰੀ ਇਹ ਕਹਿ ਰਹੇ ਨੇ ਕਿ ਅਫਸਰਸ਼ਾਹੀ ਆਬਕਾਰੀ ਜਾਂ ਸ਼ਰਾਬ ਮਾਫੀਆ ਨਾਲ, ਠੇਕੇਦਾਰਾਂ ਨਾਲ ਮਿਲੀ ਹੋਈ ਹੈ। ਇਹਦਾ ਫੈਸਲਾ ਕੌਣ ਕਰੇ? ਮੀਤ ਹੇਅਰ ਜੀ, ਤੁਸੀਂ ਇਸ ਇਸ਼ੂ ਤੋਂ ਕੀ ਕਹਿਣਾ ਚਾਹੁੰਦੇ ਆ? ਫਿਰ ਆਪਾਂ ਸੰਧੂ ਸਾਹਿਬ ਕੋਲ ਚੱਲਾਂਗੇ। ਜੀ ਸਾਹਿਬ, ਲੈਜਿਸਲੇਟਿਵ ਦੇ ਵਿੱਚ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਪਰ ਸਾਡੀ ਪੰਜਾਬ ਦੀ ਬਦਕਿਸਮਤੀ ਇਹ ਹੈ, ਜਾਂ ਤਾਂ ਇੱਥੇ ਇਦਾਂ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ ਨੇ ਜਿਹੜੇ ਬਿਊਰੋਕ੍ਰੇਸੀ ਵਿੱਚ ਜਾਂਦੇ, ਜਿਨ੍ਹਾਂ ਦੇ ਵਰਕਰ ਵੀ ਜਾ ਕੇ ਆਪਣੇ ਨੂੰ ਕਰਦੇ, ਜਿਨ੍ਹਾਂ ਦੇ ਵਰਕਰ ਇੱਥੋਂ ਤੱਕ ਕਿ ਲੋਕਾਂ ਦੇ ਗੋਲੀਆਂ ਤੱਕ ਚਲਾ ਦਿੰਦੇ ਸੀ, ਜਾਂ ਜਿਨ੍ਹਾਂ ਦੇ ਪੁੱਤਰ ਕਹਿੰਦੇ ਹੁੰਦੇ ਸੀ ਤੇ ਜਾਂ ਫਿਰ ਇੱਥੇ ਸਰਕਾਰਾਂ ਇਦਾਂ ਦੀਆਂ ਹੁੰਦੀਆਂ ਰਹੀਆਂ ਨੇ ਕਿ ਜਿੱਥੇ ਬਾਬੂਸ਼ਾਹੀ ਰਾਜ ਚੱਲਦਾ, ਜਿਵੇਂ ਅੱਜ ਚੱਲ ਰਿਹਾ ਹੈਗਾ, ਜਿੱਥੇ ਅਫਸਰ ਨੇ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਉਹਨਾਂ ਨੂੰ ਗੌਰਦੇ ਕੁਛ ਨਹੀਂ। ਪਰ ਇਹਦੇ ਚ ਮੈਂ ਸਮਝਦਾ ਕਿ ਜਿਹੜੀ ਅੱਜ ਦੀ ਸਰਕਾਰ ਹੈ, ਜੇ ਅਫਸਰ ਇਹਨਾਂ ਨੂੰ ਨਹੀਂ ਗੌਰਦੇ, ਜੇ ਮੰਤਰੀਆਂ ਨੂੰ ਬਾਈਕਾਟ ਕਰਨਾ ਪੈਂਦਾ ਹੈ, ਜੇ ਸੁਪਰੀਮ ਰੰਧਾਵਾ ਕਹਿੰਦੇ ਆ ਕਿ ਜਿਹੜੇ ਅਫਸਰ ਨੇ ਉਹ ਠੇਕੇਦਾਰ ਮਾਫੀ ਨਾਲ ਮੀਟਿੰਗ ਕਰਕੇ ਪੰਜਾਬ ਨੂੰ ਲੁੱਟ ਰਹੇ ਨੇ, ਤਾਂ ਮੈਂ ਸਭ ਤੋਂ ਵੱਡੀ ਗਲਤੀ ਇਹਨਾਂ ਦੇ ਮੰਤਰੀਆਂ ਦੀ ਸਮਝਦਾ। ਕਿਉਂਕਿ ਕਹਿੰਦੇ ਆ ਕਿ ਜਿਹੜੇ ਅਫਸਰ ਨੇ ਉਹ ਇਦਾਂ ਦੀਆਂ ਪਾਲਿਸੀਆਂ ਬਣਾ ਰਹੇ ਨੇ ਜਿਹਦੇ ਕਰਕੇ ਪੰਜਾਬ ਨੂੰ ਘਾਟਾ ਪੈ ਰਿਹਾ। ਤਾਂ ਵਾਲੀਆ ਸਾਹਿਬ ਜਦੋਂ ਪਾਲਿਸੀ ਬਣਦੀਆਂ ਨੇ, ਉਹਨਾਂ ਦੀ ਸਹਿਮਤੀ ਬਣਦੀ ਹੈ, ਤਾਂ ਉਹ ਕੈਬਨਿਟ ਦਾ ਕਲੈਕਟਿਵ ਡਿਸੀਜਨ ਹੁੰਦਾ ਹੈ। ਉਹਦੇ ਤੇ ਸਾਈਨ ਅਫਸਰਾਂ ਦੇ ਨਹੀਂ ਹੁੰਦੇ, ਉਹਦੇ ਤੇ ਸਾਈਨ ਮੰਤਰੀਆਂ ਦੇ ਹੁੰਦੇ ਆ। ਜੇ ਆਪਣੇ ਲੋਕਾਂ ਦੀਆਂ ਤਾਂ ਇਹਨਾਂ ਦੇ ਮੰਤਰੀ ਕਿਉਂ ਸਾਈਨ ਕਰਦੇ ਨੇ? ਅੱਜ 3 ਸਾਲਾਂ ਵਾਲੀ ਨੂੰ ਜ਼ਿਆਦਾ ਲੈ ਕੇ ਹੁਣ ਸਾਰ ਰਹਿ ਗਿਆ ਡੂਡ। ਇਹਨਾਂ ਨੂੰ ਨਾ ਪੰਜਾਬ ਦਾ ਖਜ਼ਾਨਾ ਭਰਦਾ ਦਿਖ ਰਿਹਾ ਹੈ, ਲੋਕਾਂ ਦੀਆਂ ਗੱਲਾਂ ਦਾ ਇਹਨਾਂ ਕੋਲ ਜਵਾਬ ਹੈ ਨਹੀਂ। ਇਸੇ ਕਰਕੇ ਲੁੱਟਦੇ ਇਹ ਵੀ ਅਫਸਰਾਂ ਦੇ ਨਾਲ ਰਲ ਕੇ ਪਿਛਲੇ 3 ਸਾਲਾਂ ਤੋਂ 3.5 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਲੁੱਟ ਰਿਹਾ। ਪੰਜਾਬ ਦਾ ਖਜ਼ਾਨਾ ਜਿਹੜਾ ਖਾਲੀ ਕਰ ਰਿਹਾ। ਹੁਣੇ ਦੀ ਖਬਰ ਹੈ, ਥੋੜੇ ਦਿਨ ਪਹਿਲਾਂ ਦੀ ਲਾਕਡਾਊਨ ਦੇ ਵਿੱਚ ਖੰਨੇ ਇੱਕ ਫੈਕਟਰੀ ਚੱਲਦੀ ਸੀਗੀ, ਉਹ ਫੈਕਟਰੀ ਕਈ ਡਿਸਟਿਲਰੀਆਂ ਨਾਲੋਂ ਜ਼ਿਆਦਾ ਉਹਦੀ ਕੰਜੈਕਸ਼ਨ ਸੀ। 2 ਨੰਬਰ ਦੀ ਸ਼ਰਾਬ ਉਹ ਸਾਰੇ ਪੰਜਾਬ ਵਿੱਚ ਵੀ ਰਹੀ ਹੈ, ਮਾਰ ਕੇ ਲੱਗ ਕੇ। ਉਹ ਇਹ ਦੱਸੋ ਕਿ ਬਣਾ ਚੱਲਦੀ ਤਾਂ ਕਿ ਉਹ ਮੰਤਰੀਆਂ ਦੀ ਬਣਾ ਚੱਲੂਗਾ। ਸੋ ਮੈਂ ਸਮਝਦਾ ਕਿ ਜੇ ਅੱਜ ਅਫਸਰ ਜਿਹੜੇ ਆ ਉਹਨਾਂ ਤੇ ਇਕੱਲੀ ਗੱਲ ਜਿਹੜੀ ਗੱਲ ਨਾ ਪਾਈ ਜਾਵੇ, ਜਿਹੜੇ ਇਸ ਤੋਂ ਪਹਿਲਾਂ ਡਿਸੀਜਨ ਕੈਬਨਿਟ ਵਿੱਚ ਲੈਤੇ ਗਏ ਨੇ ਕਿ ਜੇ ਸਰਕਾਰ ਨੂੰ ਘਾਟਾ ਪਿਆ ਤਾਂ ਉਹ ਕੈਬਨਿਟ ਦੇ ਡਿਸੀਜਨ ਨੇ, ਉਹ ਮੰਤਰੀਆਂ ਦੇ ਸਾਈਨ ਹੋਇਆ, ਇਹ ਪਹਿਲਾਂ ਰਿਜ਼ਾਈਨ ਕਰਦੇ। ਜੇ ਅੱਜ ਵੀ ਇਹਨਾਂ ਨੂੰ ਲੱਗਦਾ ਹੈ ਫਿਰ ਕੁਰਸੀਆਂ ਤੇ ਕੰਮ ਬੈਠੇ ਆ, ਕਾਹਦੇ ਲਈ ਇਹ ਗਨਮੈਨ ਲਈ ਫਿਰਦੇ ਆ, ਕਾਹਦੇ ਲਈ ਸੱਤਾ ਦਾ ਸੁੱਖ ਭੋਗ ਰਹੇ ਆ, ਰਿਜ਼ਾਈਨ ਕਰ ਦੇਣ, ਕੈਪਟਨ ਨੂੰ ਕਹਿ ਦੇਣ ਵੀ ਭਾਈ ਆਪਸ ਦੇ ਨਹੀਂ, ਸਾਨੂੰ ਪੰਜਾਬ ਦੇ ਲੋਕਾਂ ਦਾ ਜਵਾਬ ਦੇਣਾ ਔਖਾ। ਪਰ ਅਸਲ ਚ ਜਿਹੜੀ ਸਰਕਾਰ ਹੈ ਜੀ ਇੱਥੇ ਅੰਨੇ ਨੂੰ ਬੋਲਾ ਘੜੀਸੀ ਫਿਰਦਾ। ਮੰਤਰੀ ਜਿਹੜੇ ਕੈਪਟਨ ਸਾਹਿਬ ਆ ਮੰਤਰੀਆਂ ਦੀ ਸੁਣਦੇ, ਅਫਸਰ ਜਿਹੜੇ ਉਹ ਮੰਤਰੀਆਂ ਦੀ ਨਹੀਂ ਸੁਣਦੇ, ਤੇ ਜਿਹੜੇ ਥੱਲੇ ਇਹਨਾਂ ਦੇ ਐਮਐਲਏ ਆ ਉਹ ਐਸਐਚਓ ਨੂੰ ਕਹਿੰਦੇ ਆ ਤੂੰ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਜਾ, ਐਸਐਚਓ ਐਮਐਲਏ ਦੀ ਰਿਕਾਰਡਿੰਗ ਕਰੀ ਜਾਂਦੇ ਆ। ਸੋ ਇੱਥੇ ਅੰਨੇ ਨੂੰ ਬੋਲਾ ਘੜੀਸੀ ਫਿਰਦਾ। ਲੋਕਾਂ ਦੇ ਹਾਲਾਤ ਉਹੀ ਆ, ਲੋਕਾਂ ਨੂੰ ਥੱਲੇ ਰਾਸ਼ਨ ਤੱਕ ਨਹੀਂ ਮਿਲ ਰਿਹਾ, ਕਿਸਾਨ ਮੰਡੀਆਂ ਚ ਰੁਲ ਰਹੇ ਨੇਗੇ ਹੈ, ਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ। ਲੋਕਾਂ ਦੀ ਜੂਨ ਉੱਥੇ ਦੀ ਉੱਥੀ ਹੈ। ਸਰਕਾਰ ਕੈਪਟਨ ਅਮਰਿੰਦਰ ਸਿੰਘ ਤੇ ਚਾਹੇ ਜਿਹੜੇ ਮੰਤਰੀ ਆ, ਪੂਰਨ ਤੌਰ ਤੇ ਜਿਹੜੀ ਸਰਕਾਰ ਆ ਉਹ ਫੇਲ ਹੋ ਚੁੱਕੀ ਹੈ। ਮੀਤ ਹੇਅਰ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਤਾਂ ਉਲਟ ਹੈ। ਮਨਪ੍ਰੀਤ ਸਿੰਘ ਬਾਦਲ ਨੇ ਇਹ ਕਿਹਾ ਕਿ ਆਬਕਾਰੀ ਨੀਤੀ ਤੁਸੀਂ ਬਣਾਉਣੇ ਆ, ਕੋਈ ਮੰਤਰੀ ਦਖਲ ਨਹੀਂ ਦਿੰਦਾ, ਸਿਗਨੇਚਰ ਕਰਾਉਣੇ। ਇਸੇ ਦਾ ਰੌਲਾ ਪਿਆ, ਇਹੀ ਗੱਲ ਦਾ ਰੌਲਾ ਪਿਆ ਜਿਹੜੀ ਤੁਸੀਂ ਕਹਿ ਰਹੇ ਹੋ। ਤੇ ਚੰਨੀ ਦੀ ਜਿਹੜੀ ਸ਼ਿਕਾਇਤ ਹੈ ਕਿ 30% ਠੇਕੇ ਇਹ ਮਿਲ ਕੇ
ਠੇਕੇਦਾਰਾਂ ਨਾਲ ਇਹਨਾਂ ਨੇ ਬਿਊਰੋਕ੍ਰੇਸੀ ਨੇ, ਅਫਸਰਸ਼ਾਹੀ ਨੇ, ਇਹ ਉਹਨਾਂ ਨੇ ਹੇਰਾਫੇਰੀ ਕੀਤੀ ਹੈ। ਚਲੋ ਜੋ ਵੀ ਹੋਇਆ, ਆਪਾਂ ਕਾਂਗਰਸ ਦੇ ਜਿਹੜੇ ਸਾਡੇ ਨਾਲ ਜੁੜੇ ਨੇ, ਮਨਪ੍ਰੀਤ ਸਿੰਘ ਬੰਨੀ ਸੰਧੂ ਸਾਹਿਬ, ਤੁਸੀਂ ਕੀ ਕਹੋਗੇ ਜੋ ਇਲਜ਼ਾਮ ਲੱਗੇ ਨੇ? ਸੰਧੂ ਸਾਹਿਬ, ਤੁਹਾਡੀ ਆਵਾਜ਼ ਦੀ ਪ੍ਰੋਬਲਮ ਹੈ ਸ਼ਾਇਦ, ਤੁਸੀਂ ਦੇਖੋ ਤੁਹਾਡੀ ਆਵਾਜ਼ ਜਿਹੜੀ ਹੈ ਉਹ ਤੁਸੀਂ ਸੰਧੂ ਸਾਹਿਬ ਜਾਂ ਤਾਂ ਦੁਬਾਰਾ ਆਪਣੇ ਹੈੱਡਫੋਨ ਲਾ ਕੇ ਦੇਖੋ। ਹੁਣ ਠੀਕ ਹੈ? ਹਾਂ, ਹੁਣ ਆਵਾਜ਼ ਹੁਣ ਠੀਕ ਹੈ? ਹੁਣ ਆਈ ਆਵਾਜ਼ ਹੁਣ। ਹਾਂਜੀ, ਹੁਣ ਠੀਕ ਹੈ। ਦੇਖੋ, ਗੱਲ ਇਹ ਹੈ ਜੀ ਕਿ ਐਲੀਗੇਸ਼ਨਸ ਨੇ ਵੀ ਅੰਦਰ ਕਮਰੇ 'ਚ ਕੀ ਹੋਇਆ ਕੀ ਨਹੀਂ ਹੋਇਆ। ਪਹਿਲੀ ਗੱਲ ਤਾਂ ਇਹਨਾਂ ਦੀ ਕੋਈ ਪੁਸ਼ਟੀ ਨਹੀਂ ਹੈਗੀ ਹੈ, ਇਹ ਸਾਰੀਆਂ ਹਵਾਈ ਗੱਲਾਂ ਕਹਿ ਲਓ। ਇੱਕ ਛੋਟੀ ਜੀ ਗੱਲ ਦਾ ਬਾਤ ਦਾ ਬਤੰਗੜ ਬਣ ਜਾਂਦਾ ਹੈ, ਉਹੋ ਜੀ ਗੱਲਾਂ ਨੇ, ਪਹਿਲੀ ਗੱਲ। ਦੂਸਰੀ ਗੱਲ, ਕਾਂਗਰਸ ਦਾ ਵਰਕ ਕਲਚਰ ਇਹ ਹੈਗਾ ਜੀ ਕਿ ਡੈਮੋਕ੍ਰੇਸੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਲੋਕਤਾਂਤਰਿਕ ਹੈ, ਇਹ ਬਿਲਕੁਲ ਲੋਕਤਾਂਤਰਿਕ ਹੈ। ਜੇ ਕਿਸੇ ਨੂੰ ਕੋਈ ਵੀ ਸ਼ੰਕਾ ਹੋਈ, ਕੋਈ ਪੁਆਇੰਟ ਰੇਜ਼ ਹੋਏ ਵੀ ਇਹ ਡਾਊਟ ਹੈਗਾ ਵੀ ਇਹ ਠੀਕ ਨਹੀਂ ਹੈ ਪਾਲਿਸੀ, ਲੋਕਾਂ ਦੇ ਹਿੱਤ ਦੀ ਨਹੀਂ ਹੈਗੀ, ਪਬਲਿਕ ਦੇ ਹਿੱਤ ਦੀ ਨਹੀਂ ਹੈਗੀ, ਉਹਦੇ ਆਬਜੈਕਸ਼ਨਸ ਰੇਜ਼ ਹੋਏ ਨੇ, ਉਹਨੂੰ ਚੇਂਜ ਕਰਨ ਲਈ, ਰਿਜ਼ੋਲਵ ਕਰਨ ਲਈ ਐਫਰਟਸ ਹੋ ਰਹੇ ਨੇ। ਇਹ ਪੁਰਾਣੀ ਬਾਦਲ ਕਿਆਂ ਦੀ ਸਰਕਾਰ ਨਹੀਂ ਹੈਗੀ ਵੀ ਜਿੱਥੇ ਜੋ ਤੁਗਲਕੀ ਫਰਮਾਨ ਸੁਖਬੀਰ ਸਿੰਘ ਬਾਦਲ ਨੇ ਦੇਤਾ ਉਹੀ ਲਾਗੂ ਹੋ ਜਾਊਗਾ। ਨੋ, ਬਿਲਕੁਲ ਨਹੀਂ ਹੋਊਗਾ। ਜੋ ਪੰਜਾਬ ਦੇ ਹਿੱਤ ਲਈ ਹੋਊਗਾ, ਪੰਜਾਬ ਦੇ ਲੋਕਾਂ ਦੇ ਹਿੱਤ ਵਾਸਤੇ, ਉਹੀ ਚੀਜ਼ ਇੰਪਲੀਮੈਂਟ ਹੋਊਗੀ, ਭਾਵੇਂ ਉਹਨੂੰ 4 ਵਾਰ ਚੇਂਜ ਹੋਵੇ। ਮੈਂ ਤੁਹਾਨੂੰ ਵੈਸੇ ਦੱਸ ਦਿੰਦਾ ਹੈ ਵੀ ਜੋ ਵੀ ਕੱਲ ਕੋਈ ਵੀ ਇਸ਼ੂ ਹੋਇਆ ਉਹ ਕੱਲ ਰਿਜ਼ੋਲਵ ਹੋ ਕੇ ਕੈਬਨਿਟ 'ਚ ਪਾਸ ਹੋਊਗਾ, ਆਲਰੇਡੀ ਹੋ ਚੁੱਕਿਆ ਹੈ। ਛੋਟੀ ਜੀ ਕੋਈ ਗੱਲ ਹੋਈ ਹੋਵੇ, ਉਹਨਾਂ ਉਸ ਗੱਲ ਦਾ ਅੱਗੇ ਆਪੋਜੀਸ਼ਨ ਦਾ ਤਾਂ ਰੋਲ ਹੀ ਇਹੀ ਹੈ ਵੀ ਬਾਤ ਦਾ ਪਤੰਗੜ ਬਣਾਉਣਾ, ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਲੇਕਿਨ ਆਪੋਜੀਸ਼ਨ ਬਿਲਕੁਲ ਇਸ ਮਾਮਲੇ 'ਚ ਵੀ ਪਿਛਲੇ ਜਿਵੇਂ 3 ਸਾਲਾਂ ਤੋਂ ਫੇਲ ਹੁੰਦੀ ਜਾ ਰਹੀ ਹੈ, ਐਤਕੀ ਵੀ ਫੇਲ ਹੋ ਗਈ ਹੈ। ਇਹਨਾਂ ਦੀ ਸਾਰੀਆਂ ਜਿੰਨੇ ਅਟੈਂਪਟਸ ਤੇ ਕਰਦੇ ਨੇ ਵੀ ਕਿਸੇ ਤਰੀਕੇ ਸਰਕਾਰ ਨੂੰ ਥੱਲੇ ਪਾਇਆ ਜਾਵੇ, ਮਾੜਾ ਦਿਖਾਇਆ ਜਾਵੇ, ਉਸ ਚੀਜ਼ ਦੇ ਵਿੱਚ ਇਹ ਅੱਜ ਵੀ ਫੇਲ ਹੋ ਚੁੱਕੇ ਨੇ। ਕੱਲ ਨੂੰ ਸਾਹਮਣੇ ਨਤੀਜਾ ਆ ਜਾਊਗਾ। ਜੀ ਜੀ ਸੰਧੂ ਸਾਹਿਬ, ਸੰਧੂ ਸਾਹਿਬ ਜਿਹੜੀ ਤੁਸੀਂ ਕਿਹਾ ਨਾ, ਉਹਦੇ 'ਚ ਪਹਿਲੀ ਗੱਲ, ਕਿਉਂਕਿ ਤੁਸੀਂ ਇਹ ਗੱਲ ਕਹੀ ਹੈ ਕਿ ਇਹਨਾਂ ਨੂੰ ਪਤਾ ਨਹੀਂ ਅੰਦਰ ਕੀ ਹੋਇਆ, ਇਹ ਗੱਲ ਇਸ ਕਰਕੇ ਨਹੀਂ, ਜੋ ਕੁਝ ਮੀਡੀਆ 'ਚ ਆਉਂਦਾ, ਮੀਡੀਆ ਦੇ ਆਪਦੇ ਸੋਰਸ ਹੁੰਦੇ ਨੇ, ਜਿਹੜੇ ਰਿਲਾਈਬਲ ਸੋਰਸ, ਜਿਹਨੂੰ ਭਰੋਸੇਯੋਗ ਸੂਤਰ ਕਹਿੰਦੇ ਆ। ਤੁਸੀਂ ਜਿਹੜੇ ਲੋਕਾਂ ਨੇ ਮੀਡੀਆ ਕੋਲ ਆਉਣਾ ਹੁੰਦਾ ਤੇ ਅੰਦਰ ਕੀ ਹੋਇਆ ਆਪ ਹੀ ਦੱਸਦੇ ਨੇ ਨਾ ਮੰਤਰੀ, ਕੋਈ ਬੰਦਾ ਤਾਂ ਨਹੀਂ ਬੈਠਾ ਸੀ, ਕੋਈ ਪੱਤਰਕਾਰ ਨਹੀਂ ਬੈਠਾ ਸੀ। ਇਹ ਗੱਲ ਤਾਂ ਮੈਂ ਕਿਹਾ ਜੀ ਤੁਹਾਡੀ ਕਿ ਇਹ ਕੁਝ ਮੰਨ ਲਈ ਤੁਹਾਡੀ ਗੱਲ, ਕਿ ਮੰਨ ਲਈ ਕਿਸੇ ਗੱਲ ਤੇ ਕੋਈ ਡਿਫਰੈਂਸਿਸ ਹੁੰਦੇ ਨੇ, ਦੋ ਜਿੱਥੇ 4 ਭਾਂਡੇ ਹੁੰਦੇ ਨੇ, ਉਹ ਭਾਂਡੇ ਜੇ ਆਪਸ ਖੜਕਦੇ ਹੀ ਹੁੰਦੇ ਨੇ, ਥੋੜੀ ਬਹੁਤੀ ਹੋ ਜਾਂਦੀ ਹੈ, ਉਸ ਚੀਜ਼ ਨੂੰ ਰਿਜ਼ੋਲਵ ਕਰ ਲੈਣਾ, ਉਸ ਚੀਜ਼ ਨੂੰ ਰਿਜ਼ੋਲਵ ਹੋ ਜਾਊਗਾ। ਲੇਕਿਨ ਉਹ ਕਿੰਨੀ ਗੱਲ ਦਾ, ਉਹ ਗੱਲ ਵਧਾ ਕੇ ਕਿੰਨੀ ਕੋਈ ਦੱਸ ਦਿੰਦਾ ਲੱਗ ਨਹੀਂ ਜੀ। ਸੰਧੂ ਸਾਹਿਬ, ਭਾਂਡੇ ਆਪਸ ਚ ਖੜਕਣ ਤਾਂ ਚੰਗੀ ਗੱਲ ਹੈ, ਲੇਕਿਨ ਜਦੋਂ ਭਾਂਡੇ ਖੜਕਣ ਲਈ ਉਸ ਪਾਸੇ ਖੜਕਦੇ ਨੇ ਜਿਨ੍ਹਾਂ ਨੇ ਭਾਂਡਿਆਂ ਦਾ ਖਿਆਲ ਰੱਖਣਾ ਹੈ, ਜਾਂ ਜਿਨ੍ਹਾਂ ਰਾਹੀਂ ਭਾਂਡਿਆਂ ਤੇ ਪਾਲਿਸ਼ ਕਰਾਉਣੀ ਹੈ, ਉਹ ਬਿਊਰੋਕ੍ਰੇਸੀ ਨਾਲ ਖੜਕੇ ਨੇ। ਇਹ ਸਟੇਟ ਲਈ ਕੋਈ ਚੰਗਾ ਜਿਹੜਾ ਉਦਾਹਰਨ ਨਹੀਂ। ਇਹ ਬਿਊਰੋਕ੍ਰੇਸੀ ਨੂੰ ਵੀ ਸੀਐਮ ਸਾਹਿਬ ਦੀ ਹਦਾਇਤ ਹੈਗੀ ਹੈ, ਸਾਡੀ ਸਰਕਾਰ ਦੀ ਵਰਕਿੰਗ ਹੈਗੀ ਹੈ ਵੀ ਬਿਊਰੋਕ੍ਰੇਸੀ ਨੂੰ ਅਸੀਂ ਦੱਬ ਕੇ ਨਹੀਂ ਚੱਲਦੇ, ਅਸੀਂ ਨਾਲ ਲੈ ਕੇ ਚੱਲਦੇ ਹਾਂ। ਔਰ ਜੇ ਨਾਲ ਲੈ ਕੇ ਚੱਲ ਰਹੇ ਤਾਂ ਬਿਊਰੋਕ੍ਰੇਸੀ ਆਪਣੀ ਟਰਮਸ ਦੇ ਰਹੀ ਹੈ, ਪੋਲੀਟੀਕਲ ਮਾਸਟਰਸ ਆਪਣੀ ਦੱਸ ਰਹੇ ਨੇ, ਉਹ ਕਿਤੇ ਨਾ ਕਿਤੇ ਮਿਡਲ ਰਸਤਾ ਬਣ ਜਾਊਗਾ ਜਿਹੜਾ ਪੰਜਾਬ ਦੇ ਹਿੱਤ ਵਾਸਤੇ ਹੋਊਗਾ। ਇਹੀ ਮੰਤਵ ਹੈਗਾ। ਹਾਂ ਜੀ ਸੰਧੂ ਸਾਹਿਬ, ਗੱਲ ਇਹ ਹੈ ਕਿ ਆਪਾਂ ਇਹ ਤੇ ਚਰਚਾ ਜਾਰੀ ਰੱਖਣੀ ਹੈ, ਪਰ ਇਹ ਗੱਲ ਮੈਂ ਨਾਲ ਜ਼ਰੂਰ ਦੱਸਣੀ ਚਾਹਣਾ ਕਿ ਮੈਂ ਬਿਊਰੋਕ੍ਰੇਸੀ ਦਾ ਇੱਕ ਪ੍ਰੋਗਰਾਮ ਵੀ ਕੀਤਾ ਸੀ, ਉਸ ਵੇਲੇ ਕੀਤਾ ਸੀ ਜਦੋਂ ਕੁਲਤਾਰ ਸਿੰਘ ਸੰਧਵਾ ਨੂੰ ਇੱਕ ਏਡੀਸੀ ਨੇ ਗੈਟ ਆਊਟ ਕਰਤਾ ਸੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਿਊਰੋਕ੍ਰੇਸੀ ਵੀ ਕਰਦੀ ਹੈ, ਪ੍ਰੋਟੋਕੋਲ ਦਾ ਧਿਆਨ ਨਹੀਂ ਰੱਖਦੀ। ਇਹ ਚਰਚਾ ਆਪਾਂ ਜਾਰੀ ਰੱਖਣੀ ਹੈ। ਬਲਟੋਹਾ ਸਾਹਿਬ, ਸੰਧੂ ਸਾਹਿਬ ਇਹ ਕਹਿ ਰਹੇ ਨੇ ਕਿ ਜੀ ਇਹ ਮਾੜਾ ਮੋਟਾ ਭਾਂਡਾ ਖੜਕ ਕੇ ਕੁਝ ਨਹੀਂ ਹੋਇਆ, ਔਰ ਖਾਸ ਤੌਰ ਤੇ ਜਦੋਂ ਇਹ ਗੱਲ ਆਉਂਦੀ ਹੈ ਕਿ ਜੀ ਇਹ ਅਕਾਲੀ ਜੋ ਕਹਿੰਦੇ ਨੇ, ਸੁਖਬੀਰ ਸਿੰਘ ਬਾਦਲ ਜੋ ਕਹਿੰਦੇ ਸੀ ਉਵੇਂ ਹੀ ਨਹੀਂ, ਇਹ ਤਾਂ ਲੋਕਤੰਤਰਕ ਹੈ, ਇਹ ਡੈਮੋਕ੍ਰੈਟਿਕ ਜਿਹੜਾ ਸੈਟਅਪ 'ਚ ਇਸ ਤਰ੍ਹਾਂ ਹੁੰਦਾ ਹੈ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਇਸ਼ੂ ਤੇ? ਦੇਖੋ ਵਾਲੀਆ ਜੀ, ਸਭ ਤੋਂ ਪਹਿਲੀ ਤੇ ਗੱਲ ਕਿ ਸਰਦਾਰ ਮਨਪ੍ਰੀਤ ਸਿੰਘ ਬੰਨੀ ਜੀ ਨੂੰ, ਮੇਰੇ ਛੋਟੇ ਵੀਰ ਨੂੰ, ਇਹ ਸਥਿਤੀ ਸਪਸ਼ਟ ਕਰਨੀ ਚਾਹੀਦੀ ਸੀ
ਕਿ ਇੱਕ ਕੈਬਨਿਟ ਮੀਟਿੰਗ ਹੋ ਰਹੀ ਹੋਵੇ ਤੇ ਕੈਬਨਿਟ ਜਿਹੜੀ ਸਮੁੱਚੀ ਜਿਹੜੀ ਆ ਉਹ ਮੁੱਖ ਮੰਤਰੀ ਦੇ ਏਜੰਡੇ ਤੇ ਆਣ ਕੇ ਬਾਈਕਾਟ ਕਰਕੇ ਚਲੇ ਜਾਵੇ, ਤੇ ਕੀ ਇਹ ਸੰਵਿਧਾਨਕ ਸੰਕਟ ਨਹੀਂ? ਕੀ ਇਹ ਇੱਕ ਮੁੱਖ ਮੰਤਰੀ ਦੇ ਵਿਰੁੱਧ ਬਗਾਵਤ ਨਹੀਂ? ਇੱਕ ਮੁੱਖ ਮੰਤਰੀ ਵੱਲੋਂ ਬਣਾਈ ਮੁੱਖ ਹੋਈ ਮੰਤਰੀ ਪਾਲਿਸੀ ਨੇ ਬੋਲਣਾ ਸੀ, ਅੜੀਕ ਸੀ। ਬਿਲਕੁਲ ਬਿਲਕੁਲ ਬਿਲਕੁਲ, ਜਿਹੜੀ ਪਾਲਿਸੀ ਬਣਾ ਕੇ ਖਰੜਾ ਲਿਆਣ ਕੇ ਪੇਸ਼ ਕੀਤਾ ਗਿਆ, ਜਿਹਦੇ ਉੱਤੇ ਕਿੰਤੂ ਪ੍ਰੰਤੂ ਅੰਦਰ ਉੱਠੇ ਨੇ, ਉਹ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਜਿਹੜਾ ਅਫਸਰਾਂ ਨਾਲ ਡਿਸਕਸ ਕਰਕੇ ਬਣਾਇਆ ਗਿਆ ਸੀਗਾ, ਤੇ ਔਰ ਅਫਸਰਾਂ ਨੇ ਅੰਦਰ ਇਹ ਵੀ ਕਿਹਾ ਇਹ ਮੁੱਖ ਮੰਤਰੀ ਸਾਹਿਬ ਨੇ ਪਾਸ ਕੀਤੀ ਹੋਈ ਹੈ, ਹੁਣ ਇਹਦੇ 'ਚ ਚੇਂਜ ਨਹੀਂ ਹੋ ਸਕਦੀ। ਸਭ ਤੋਂ ਵੱਡੀ ਗੱਲ ਇਹੀ ਹੈ ਕਿ ਮੁੱਖ ਮੰਤਰੀ ਇੱਕ ਪਾਸੇ ਇਕੱਲਾ ਆ, ਕੈਬਨਿਟ ਜਿਹੜੀ ਆ ਦੂਸਰੇ ਬੰਨੇ ਖੜੋਤੀ ਆ, ਕੈਬਨਿਟ ਦੇ ਆਪਣੇ ਇੰਟਰਸਟ ਨੇ। ਹੁਣ ਇਹ 'ਚ ਕੋਈ ਡਰਾਮਾ ਨਹੀਂ ਆ ਕਿ ਅੰਨੀ ਮੱਚੀ ਹੈ ਕਿ ਤੁਸੀਂ, ਮੈਂ ਜਿਹੜਾ ਮੈਂ ਸਵਾਲ ਉਠਾਇਆ ਸੀ ਕਿ ਉਹ ਪੰਜਾਬ ਜਿੱਥੇ ਪੂਰੇ ਹਿੰਦੁਸਤਾਨ 'ਚੋਂ ਆਬਾਦੀ ਦੇ ਮੁਤਾਬਕ ਸ਼ਰਾਬ ਦੀ ਵੱਧ ਖਪਤ ਹੈ, ਤੇ 50 ਦਿਨ ਹੋ ਗਏ ਹੁਣ ਠੇਕੇ ਬੰਦ ਹੋਇਆ, ਹੁਣ ਤੇ ਠੇਕੇ ਖੋਲਣ ਤੇ ਠੇਕੇ ਤੇ ਸ਼ਰਾਬ ਲੈਣ ਵਾਸਤੇ ਕੋਈ ਨਾ ਆਵੇ, ਇਹਦਾ ਮਤਲਬ ਲੋਕਾਂ ਕੋਲੇ 2 ਨੰਬਰ 'ਚ ਪਹੁੰਚਦੀ ਰਹੀ ਹੈ ਤੇ ਐਕਸਾਈਜ਼ ਚੋਰੀ ਹੁੰਦੀ ਰਹੀ ਹੈ। ਬਲਟੋਹਾ ਸਾਹਿਬ, ਇਹ ਤੇ ਸੰਧੂ ਸਾਹਿਬ, ਹਾਂਜੀ ਸੰਧੂ ਸਾਹਿਬ ਕੀ ਕਹੋਗੇ? ਤੇ ਪਹਿਲੀ ਗੱਲ ਤਾਂ ਜੀ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ 10 ਸਾਲ ਦਾ ਅਕਾਲੀ ਰਾਜ ਨੇ ਜਿਹੜੇ ਲੋਕ ਸ਼ਰਾਬੀ ਔਰ ਨਸ਼ੇੜੀ ਬਣਾਏ ਸੀਗੇ ਉਹ ਅਜੇ ਵੀ ਕੰਟੀਨਿਊ ਹੋ ਰਹੇ ਨੇ। ਸ਼ਰਾਬ ਵੀ ਲੋਕਾਂ ਨੇ ਘਟਾਤੀ ਹੈ, ਸ਼ਰਾਬ ਵੀ ਛੱਡੀ ਹੈ, ਔਰ ਲੋਕਾਂ ਦੀ ਇੰਪਰੂਵਮੈਂਟ ਹੈਗੀ, ਸਮਾਜਿਕ ਤੌਰ ਤੇ ਬੜੀ ਇੰਪਰੂਵਮੈਂਟ ਹੋਈ ਹੈਗੀ ਲੋਕਾਂ ਦੇ ਵਿੱਚ, ਐਸੀ ਗੱਲ ਨਹੀਂ ਹੈਗੀ। ਪਹਿਲੀ ਗੱਲ। ਦੂਸਰੀ ਗੱਲ, ਇਹ ਜਿਹੜੀ ਬਲਟੋਹਾ ਸਾਹਿਬ ਗੱਲ ਕਹਿ ਰਹੇ ਨੇ ਕਿ ਇਹ ਸੀਐਮ ਵੱਲੋਂ ਅਪਰੂਵ ਹੋ ਕੇ ਆ ਗਈ ਸੀਗੀ ਤੇ ਇਹ ਹੈ ਉਹ ਹੈ, ਜੇ ਇਹ ਜਿਹੜੀ ਗੱਲ ਕਹਿ ਰਹੇ ਨੇ ਇਹ ਅਸਲ ਅਜੇ ਵੀ ਆਪਣੀ ਸਰਕਾਰ 'ਚ ਫਿਰੀ ਜਾ ਰਹੇ ਨੇ। 10 ਸਾਲ ਦੇ ਅਕਾਲੀ ਰਾਜ ਦੇ ਵਿੱਚ ਜੋ ਸੀਐਮ ਤੋਂ ਤੁਗਲਕੀ ਫਰਮਾਨ ਜਾਰੀ ਹੋ ਕੇ ਆ ਗਿਆ ਸੀਗਾ ਉਹ ਲਾਗੂ ਹੋ ਜਾਂਦਾ ਹੁੰਦਾ ਸੀਗਾ। ਨੋ, ਉਹ ਨਹੀਂ ਹੋਊਗਾ। ਸੀਐਮ ਸਾਹਿਬ ਦੀ ਬੜੀ ਡੈਮੋਕ੍ਰੈਟਿਕ ਅਪਰੋਚ ਹੈਗੀ ਹੈ। ਜੇ ਜੋ ਵੀ ਹੋਊਗਾ ਸਾਰੇ ਕੈਬਨਿਟ ਦੀ ਡਿਸਕਸ਼ਨ ਤੋਂ ਬਾਅਦ ਹੋਊਗਾ। ਆਲ ਮੈਂਬਰਸ ਆਰ ਫ੍ਰੀ ਟੂ ਰੇਜ਼ देयर ਵੌਇਸ ਕਿ ਜੀ ਇਹ ਐ ਨਹੀਂ ਐ ਹੋਣਾ ਚਾਹੀਦਾ, ਇਦਾਂ ਨਹੀਂ ਕਰੀਏ, ਆਪਾਂ ਇਦਾਂ ਕਰੀਏ। ਸੀਐਮ ਸਾਹਿਬ ਸਾਰਿਆਂ ਦੀ ਗੱਲ ਸੁਣਦੇ ਨੇ। ਬਲਟੋਹਾ ਸਾਹਿਬ ਨੂੰ ਅਜੇ ਪੁਰਾਣੀ ਸਰਕਾਰ ਦੀ ਹੋਈ ਹੈ ਵੀ ਆਦਤ ਕੇ। ਸੰਧੂ ਸਾਹਿਬ, ਆਪਾਂ ਮੀਤ ਹੋਰਾਂ ਨੂੰ ਸੁਣ ਲਈਏ ਫਿਰ ਤੁਹਾਡੇ ਜਵਾਬ ਲੈਣੇ ਆ। ਹਾਂਜੀ ਮੀਤ ਹੋਰਾਂ, ਕੀ ਕਹਿਣਾ ਚਾਹੁੰਦੇ ਹੋ? ਪਿਛਲੀ ਗੱਲ ਸੀ, ਮੈਂ ਉਹਦਾ ਤੁਸੀਂ ਕਹਿੰਦੇ ਹੋ ਵੀ ਅਫਸਰਾਂ ਨੇ ਸਾਈਨ ਕਰਵਾ ਲਏ। ਡਿਸੀਜਨ ਮੇਕਿੰਗ ਅਫਸਰਾਂ ਦੀ ਨਹੀਂ ਹੁੰਦੀ, ਕੈਬਨਿਟ ਦੀ ਹੁੰਦੀ ਹੈ। ਕੈਬਨਿਟ ਰਿਸਪੌਂਸੀਬਲ ਹੈ। ਲੋਕਾਂ ਨੇ ਵੋਟਾਂ ਅਫਸਰਾਂ ਨੂੰ ਨਹੀਂ ਪਾਈਆਂ, ਲੋਕਾਂ ਨੇ ਵੋਟਾਂ ਲੀਡਰਾਂ ਨੂੰ ਪਾਈਆਂ ਜਿਹੜੇ ਲੋਕਾਂ ਨਾਲ ਵਾਅਦੇ ਕਰਕੇ ਆਏ ਆ। ਸਟੇਟ ਨੂੰ ਨੁਕਸਾਨ ਹੁੰਦਾ ਹੈ ਤਾਂ ਜਿਹੜੇ ਮੰਤਰੀ ਹੈ, ਜਿਹੜੇ ਕੈਬਨਿਟ 'ਚ ਬੈਠੇ ਆ, ਉਹਨਾਂ ਲੋਕਾਂ ਨੇ ਦੇਖਣਾ ਵੀ ਪਾਲਿਸੀ ਗਲਤ ਹੈ ਕਿ ਸਹੀ ਹੈ। ਇਹਨੇ ਆਈ ਵਾਰੀ ਇਹ ਟੀਚਾ ਰੱਖਦੇ ਆ ਕਿ ਸ਼ਰਾਬ ਕਰਨਾ, ਇੱਕ ਵਾਰ ਵੀ ਇਹ ਟਾਰਗੇਟ ਸਕੇ। ਬਲਟੋਹਾ ਸਾਹਿਬ ਨੇ ਦੁਬਾਰਾ ਕਿਹਾ ਕਿ ਪੰਜਾਬ 'ਚ ਜਿਹੜੀ ਖਪਤ ਹੈ ਉਹ ਜ਼ਿਆਦਾ ਹੈ ਪਾਪੂਲੇਸ਼ਨ ਦੇ ਹਿਸਾਬ ਨਾਲ। ਇਹ ਠੀਕ ਆ ਕਿ ਜਿਹੜੀ ਖਪਤ ਹੈ ਪੰਜਾਬ ਦੇ ਵਿੱਚ ਜ਼ਿਆਦਾ। ਅਸੀਂ ਵੀ ਇਹਨਾਂ ਸਹਿਮਤ ਹਾਂ। ਤਾਮਿਲਨਾਡੂ ਸਾਡੇ ਨਾਲੋਂ ਤਕਰੀਬਨ ਦੁੱਗਣੀ ਪਾਪੂਲੇਸ਼ਨ ਦਾ ਸਟੇਟ ਹੈ। ਉਹਨਾਂ ਨੇ 32,000 ਕਰੋੜ ਰੁਪਇਆ ਇੱਕ ਸਾਲ ਦੇ ਵਿੱਚ ਐਕਸਾਈਜ਼ ਚੋਂ ਕਮਾਇਆ ਹੈ ਤੇ ਸਾਡੇ ਤੋਂ 5,000 ਤੇ ਨਹੀਂ ਪਹੁੰਚਿਆ ਜਾਂਦਾ। ਸੋ ਇਹ ਗੱਲ ਸਹੀ ਹੈ ਕਿ ਇਹਨਾਂ ਦੇ ਲੀਡਰ ਦੀ ਮਿਲੀ ਭੁਗਤ ਨਾਲ, ਕਿਉਂਕਿ ਇਹਨਾਂ ਦੀਆਂ ਡਿਸਟਿਲਰੀਆਂ ਚੱਲਦੀਆਂ ਸ਼ਰਾਬ 2 ਨੰਬਰ ਦੇ ਵਿੱਚ। ਇਹ ਬਿਲਕੁਲ ਸਹੀ ਗੱਲ ਹੈ ਕਿ ਸ਼ਰਾਬ ਤਾਂ ਲੋਕ ਪੀਂਦੇ ਆ ਪਰ 2 ਨੰਬਰ ਦੇ ਵਿੱਚ ਪੀਂਦੇ ਆ। ਜਿਹੜੀ ਬਣੀ ਜੀ ਗੱਲ ਕਹਿੰਦੇ ਆ ਕਿ ਲੋਕਾਂ ਨੇ ਪੀਣੀ ਬੰਦ ਕਰਤੀ, ਪੰਜਾਬ ਦੇ ਲੋਕ ਸ਼ਰਾਬ ਨਹੀਂ ਪੀਂਦੇ। ਜੇ ਸ਼ਰਾਬ ਤੋਂ ਕਮਾਈ ਨਹੀਂ ਹੁੰਦੀ ਫਿਰ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਚਲੋ ਹੁਣ ਤਾਂ ਸਾਰੇ ਇੰਡੀਆ 'ਚ ਖੋਲਤੀ। ਕਦ ਲਈ ਕਹਿੰਦੇ ਸੀਗੇ ਸਾਡਾ ਪੰਜਾਬ ਡੁੱਬ ਜੂਗਾ, ਸਾਨੂੰ ਪੰਜਾਬ ਨੂੰ ਕਮਾਈ ਨਹੀਂ ਆਉਂਦੀ, ਛੇਤੀ ਠੇਕੇ ਖੋਲੋ। ਸੋ ਪੰਜਾਬ 'ਚ ਦੇਖੋ ਜਿਹੜੀ ਐਕਸਾਈਜ਼ ਚੋਂ ਜਿੰਨੀ ਕਮਾਈ ਹੋ ਸਕਦੀ ਹੈ ਉਸ ਤੋਂ ਅੱਜ ਦੀ ਘੜੀ ਚੌਥਾ ਹਿੱਸਾ ਕਮਾਈ ਵੀ ਨਹੀਂ ਹੋ ਰਹੀ। ਜੇ ਅਸੀਂ ਜਿਹੜੀ ਗੱਲ ਇਹਨਾਂ ਦੇ ਕੱਲ ਮੰਤਰੀਆਂ ਨੇ ਅੱਜ ਅਖਬਾਰਾਂ 'ਚ ਵੀ ਲੱਗੀ ਹੈ ਕਹੀ ਹੈ ਕਿ ਜੀ ਇਹ ਮਾਰਕਫੈਡ ਨੂੰ ਦੇ ਦਿਓ, ਸਰਕਾਰ ਆਪ ਚਲਾ ਲੇ। ਜੇ ਇਹ ਜਿਹੜੀਆਂ 2 ਨੰਬਰ 'ਚ ਡਿਸਟਿਲਰੀਆਂ ਚੱਲਦੀਆਂ ਉਹ ਬੰਦ ਹੋ ਜਾਣ, ਜੇ 2 ਨੰਬਰ ਦੀ ਸ਼ਰਾਬ ਪੰਜਾਬ 'ਚੋਂ ਬੰਦ ਹੋ ਜੇ, ਜੇ ਕਾਰਪੋਰੇਸ਼ਨ ਬਣਾ ਦਿੱਤੀ ਜਾਵੇ। ਅਸੀਂ ਆਈ ਵਾਰੀ ਪ੍ਰਾਈਵੇਟ ਬਿੱਲ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਣਾ ਤਾਂ ਪੰਜਾਬ ਨੂੰ ਘੱਟੋ ਘੱਟ ਵੀ, ਜੇ ਤਾਮਿਲਨਾਡੂ ਨੂੰ 32,000 ਕਰੋੜ ਹੁੰਦੀ ਹੈ ਤਾਂ ਪੰਜਾਬ ਨੂੰ ਘੱਟੋ ਘੱਟ ਵੀ 15 ਤੋਂ 20,000 ਕਰੋੜ ਰੁਪਇਆ ਕਮਾਈ ਇਕੱਲੀ ਸ਼ਰਾਬ 'ਚ ਹੋ ਸਕਦੀ ਹੈ। ਪਰ ਅੱਜ ਜਿਹੜੇ ਪੰਜਾਬ ਦੇ ਨਾ ਮੰਤਰੀ ਨਾ ਪੰਜਾਬ ਦੇ ਐਮਐਲਏ ਜਿਹੜੇ ਕਾਂਗਰਸ ਦੇ ਆ ਉਹ ਕਰਨਾ ਨਹੀਂ ਚਾਹੁੰਦੇ, ਕਿਉਂਕਿ ਉਹ ਜਿਹੜਾ 15,000 ਕਰੋੜ ਰੁਪਇਆ ਉਹਨਾਂ ਦੀਆਂ ਜੇਬਾਂ 'ਚ ਜਾ ਰਹੇ ਆ। ਉਹ ਅੱਜ ਮੀਤ ਜੀ ਆਪਾਂ ਕੱਲੀ ਸ਼ਰਾਬ ਦੀ ਗੱਲ ਨਾ ਕਰੀਏ। ਮੈਂ ਤੁਹਾਡੇ ਕੋਲ ਦੁਬਾਰਾ ਹੁਣ ਬਲਟੋਹਾ ਸਾਹਿਬ, ਰੌਲਾ ਤਾਂ ਇਹ ਹੈ ਕਿ ਇੱਕ ਚੀਫ ਸੈਕਟਰੀ ਤੇ ਮੰਤਰੀ, ਚੀਫ ਸੈਕਟਰੀ ਮੰਤਰੀਆਂ ਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਐਡਰੈਸ ਕਰੂੰਗਾ ਵੀਡੀਓ ਰਾਹੀਂ। ਇਹ ਤਾਂ ਜਦੋਂ ਮੰਤਰੀ ਨੇ ਆਬਜੈਕਸ਼ਨ ਕੀਤਾ ਤਾਂ ਕਰਮਚਾਰ ਸਿੰਘ ਉੱਥੇ ਆਇਆ। ਆਪਾਂ ਤਾਂ ਇਹ ਰਿਲੇਸ਼ਨ ਦੀ ਵੀ ਤਾਂ ਗੱਲ ਕਰੀਏ ਨਾ ਵੀ ਪ੍ਰੋਟੋਕੋਲ ਕੀ ਕਹਿੰਦਾ ਹੈ
ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਾਲੋਂ ਜਿਹੜਾ ਹੈ ਚੀਫ ਸੈਕਟਰੀ ਨੂੰ ਜ਼ਿਆਦਾ ਪਾਵਰਸ ਨੇ? ਕੀ ਉਹ ਸੀਐਮ ਵਾਲੀ ਗੱਲ ਕਰ ਰਿਹਾ ਜਾਂ ਸੀਐਮ ਵਾਲੀ ਪਾਵਰ ਇੰਜੋਏ ਕਰ ਰਿਹਾ ਬਲਟੋਆ ਸਾਹਿਬ? ਦੇਖੋ ਵਾਲੀ ਜੀ, ਸਭ ਤੋਂ ਵੱਡੀ ਬਦਕਿਸਮਤੀ ਇਹੀ ਹੈ ਕਿ ਅਫਸਰਸ਼ਾਹੀ ਇੰਨੀ ਜ਼ਿਆਦਾ ਪਾਵਰਫੁਲ ਹੋ ਗਈ ਕਿ ਕੈਬਨਿਟ ਮੀਟਿੰਗ ਹੋਵੇ, ਕੈਬਨਿਟ ਜੁੜ ਕੇ ਬੈਠੀ ਹੋਵੇ ਤੇ ਜਿਹੜਾ ਚੀਫ ਸੈਕਟਰੀ ਹੈ ਉਹ ਕਹਿੰਦਾ ਮੈਂ ਵੀਡੀਓ ਕਾਨਫਰੰਸ ਤੇ ਸੰਬੋਧਨ ਕਰੂੰਗਾ। ਇਹਦਾ ਮਤਲਬ ਕਿਸੇ ਦੀ ਕਮਾਂਡ ਹੀ ਹੈ ਨਹੀਂ, ਸਰਕਾਰ ਕਮਜ਼ੋਰ ਪੈ ਚੁੱਕੀ ਹੈ। ਉਹ ਚੀਫ ਸੈਕਟਰੀ ਜਿਹਦੇ ਤੋਂ ਇੱਕ ਐਮਐਲਏ ਦਾ ਜਿਹੜਾ ਰੁਤਬਾ ਹੈ ਉਹਦੇ ਤੋਂ ਉੱਪਰ ਹੈ, ਤੇ ਕੈਬਨਿਟ ਵਜ਼ੀਰ ਤਾਂ ਕੈਬਨਿਟ ਤੇ ਬਹੁਤ ਉੱਪਰ ਆ ਜਾਂਦੀ ਹੈ। ਕੈਬਨਿਟ ਤੇ ਇੱਕ ਤਰ੍ਹਾਂ ਸਰਵੇ ਸਰਵਾ ਪੰਜਾਬ ਦੀ, ਉਹਨੂੰ ਅਜਿਹਾ ਜਵਾਬ ਦੇਣਾ, ਪਰ ਭਾਵੇਂ ਕਿ ਦਬਾਅ ਪੈਣ ਦੇ ਬਾਵਜੂਦ ਕਰਨ ਅਵਤਾਰ ਸਿੰਘ ਹੋਰਾਂ ਨੂੰ ਉੱਥੇ ਆਉਣਾ ਪਿਆ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ, ਇਹ ਦਿਖਾਤ ਹੈ ਪੰਜਾਬ ਦਾ। ਕੈਪਟਨ ਅਮਰਿੰਦਰ ਸਿੰਘ ਜਿਆਦਾ ਬਜ਼ੁਰਗ ਹੋ ਚੁੱਕੇ ਨੇ, ਨਾ ਅਹਿਲ ਹੋ ਚੁੱਕੇ ਨੇ, ਇਹ ਕੇਵਲ ਨਜ਼ਾਰਿਆਂ ਤੱਕ ਸੀਮਤ ਰਹਿ ਗਏ ਨੇ। ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਕਮਾਂਡ ਨਜ਼ਰ ਨਹੀਂ ਆਉਂਦੀ। ਔਰ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਵਾਲੀਆ ਜੀ, ਕਿ ਜਿਹੜੀ ਮੈਂ ਵਾਰ-ਵਾਰ ਗੱਲ ਕਰਦਾ ਕਿ ਪੰਜਾਬ ਦੇ ਅੰਦਰ ਪਿਛਲੇ 50 ਦਿਨਾਂ ਦੇ ਵਿੱਚ ਜਿਹੜੀ 2 ਨੰਬਰ ਦੇ ਵਿੱਚ ਸ਼ਰਾਬ ਲੋਕਾਂ ਤੱਕ ਪਹੁੰਚ ਰਹੀ ਹੈ, ਔਰ ਅਫਸਰਸ਼ਾਹੀ ਨੇ ਤੇ ਕਾਂਗਰਸੀ ਆਗੂਆਂ ਨੇ ਰਲ ਕੇ ਦੂਣੇ ਰੇਟ ਤੇ ਸ਼ਰਾਬ ਵੇਚ ਕੇ ਅੰਨੀ ਕਮਾਈ ਕੀਤੀ ਹੈ, ਔਰ ਡਿਸਟਿਲਰੀਆਂ ਦੇ ਵਿੱਚੋਂ ਨਿਕਲੀ ਹੈ, ਡਿਸਟਿਲਰੀਆਂ ਦੇ ਵਿੱਚ ਪੈਦਾ ਹੋਈ ਹੈ। ਔਰ ਰਾਸ਼ਨ ਦੇ ਟਰੱਕ ਤੇ ਨਹੀਂ ਦਿੱਸੇ ਸੜਕਾਂ ਦੇ ਉੱਤੇ, ਪਰ ਜਿਹੜੀ ਸ਼ਰਾਬ ਦੀ ਕਾਰਵਾਈ ਦੇ ਟਰੱਕ ਜਿਹੜੇ ਨੇ ਉਹ ਧੜਾ ਧੜ ਜਿਹੜੇ ਡਿਸਟਿਲਰੀਆਂ ਦੇ ਵਿੱਚੋਂ ਨਿਕਲਦੇ ਰਹੇ ਨੇ, ਬਾਹਰ ਆਉਂਦੇ ਰਹੇ ਨੇ, ਠੇਕਿਆਂ ਤੱਕ ਪਹੁੰਚਦੇ ਰਹੇ ਨੇ। ਠੇਕੇ ਦੀਆਂ ਖਿੜਕੀਆਂ ਖੋਲ ਕੇ 2 ਨੰਬਰ ਦੇ ਵਿੱਚ ਜਿਹੜੀ ਸ਼ਰਾਬ ਦੀ ਜਿਹੜੀ ਸਪਲਾਈ ਚੱਲਦੀ ਰਹੀ ਹੈ। ਮੈਂ ਬੰਨੀ ਜੀ ਨੂੰ ਕਹਾਂਗਾ ਔਰ ਪੰਜਾਬ ਸਰਕਾਰ ਨੂੰ ਕਹਾਂਗਾ ਕਿ ਜੇ ਵਾਕਈ ਇਸ ਗੱਲ ਤੇ ਇਮਾਨਦਾਰ ਨੇ ਕਿ ਸੀਬੀਆਈ ਦੀ ਇਨਕੁਆਇਰੀ ਕਰਾਓਗੇ, ਕਿ ਸੀਬੀਆਈ ਦੀ ਇਨਕੁਆਇਰੀ ਕਰਵਾਈ ਜਾਵੇ ਕਿ ਡਿਸਟਿਲਰੀਆਂ 'ਚ ਸ਼ਰਾਬ ਕਿੰਨੀ ਪੈਦਾ ਹੋਈ, ਉੱਥੋਂ ਕਿੰਨੀ ਨਿਕਲੀ, 2 ਨੰਬਰ 'ਚ ਕਿੰਨੀ ਨਿਕਲੀ, ਠੇਕਿਆਂ 'ਚ ਕਿੰਨੀ ਪਹੁੰਚੀ, ਪੰਜਾਬ 'ਚ ਕਿੱਥੇ ਸਪਲਾਈ ਹੋਈ, ਕਿਸ ਰੂਪ 'ਚ ਹੋਈ। ਇਹ ਸਭ ਤੋਂ ਵੱਡੀ ਗੱਲ ਜਿਹੜੀ ਹੈ, ਜਿਹੜੀ ਇਹ ਗੱਲ ਕਰਦੇ ਵਾਰ-ਵਾਰ ਕਰਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਟਾਈਮ। ਮੰਨੀ ਜੀ 2007 ਦੇ ਜਦੋਂ ਤੁਸੀਂ ਸਰਕਾਰ ਛੱਡ ਕੇ ਗਏ ਸੀਗੇ, ਤੁਸੀਂ ਜਦੋਂ ਕੈਪਟਨ ਅਮਰਿੰਦਰ ਸਿੰਘ ਛੱਡ ਕੇ ਗਏ ਸੀ, ਉਦੋਂ ਐਕਸਾਈਜ਼ ਕੀ ਸੀਗਾ? ਐਕਸਾਈਜ਼ ਨੂੰ ਤੁਸੀਂ ਉਦੋਂ ਵੀ ਬੇੜਾਗਰਕ ਕੀਤਾ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 2007 ਤੋਂ ਲੈ ਕੇ 2017 ਤੱਕ ਐਕਸਾਈਜ਼ ਨੂੰ ਕਿੱਥੋਂ ਤੋਂ ਕਿੱਥੇ ਪਹੁੰਚਾਇਆ। ਔਰ ਤੁਸੀਂ ਕੀ ਕੀਤਾ? 2017 ਵਿੱਚ ਆਉਣ ਤੇ ਉਹ ਐਕਸਾਈਜ਼ ਜਿਹੜਾ ਵਧਣਾ ਚਾਹੀਦਾ ਸੀਗਾ ਉਹ ਘਾਟੇ 'ਚ ਚਲਾ ਗਿਆ, ਹੋਰ ਘਾਟੇ 'ਚ ਚਲਾ ਗਿਆ। ਔਰ ਇੱਥੋਂ ਤੱਕ ਵੀ ਚਰਚੇ ਹੈ ਵਾਲੀਆ ਜੀ ਕਿ ਜਿਹੜੀ ਡਿਸਟਿਲਰੀਆਂ ਤੋਂ ਸ਼ਰਾਬ ਨਿਕਲਦੀ 2 ਨੰਬਰ ਤੇ ਜਿਹੜੀ ਨਿਕਲਦੀ ਆ, ਟਰੱਕਾਂ ਦੇ ਟਰੱਕ ਨਿਕਲਦੀ ਆ, ਹਰੇਕ ਪੇਟੀ ਦੇ ਪਿੱਛੇ ਜਿਹੜਾ ਆ ਇੱਕ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ, ਉਹਨਾਂ ਦੇ ਜਿਹੜੇ ਪਾਕਿਸਤਾਨੀ ਮਿੱਤਰ ਨੇ, ਉਹਨਾਂ ਦਾ ਵਿੱਚ ਸਿੱਧੇ ਰੂਪ 'ਚ ਹਿੱਸਾ ਹੈ। ਇਹ ਅੱਜ ਦੇ ਚਰਚੇ ਨਹੀਂ ਗੇ, ਇਹ ਤੁਹਾਡੇ ਜਰਨਲਿਸਟ ਕੇ ਬਲਟੋਹਾ ਸਾਹਿਬ। ਇਹ ਤੋਂ ਪਹਿਲਾਂ ਇੱਕ ਹੋਰ ਗੱਲ ਜ਼ਰੂਰ, ਸੰਧੂ ਸਾਹਿਬ ਜੋ ਇਹਨਾਂ ਨੇ ਇਲਜ਼ਾਮ ਲਾਏ ਨੇ ਉਹ ਤੁਹਾਡੇ ਸਾਹਮਣੇ ਨੇ, ਪਰ ਮੈਂ ਇੱਕ ਗੱਲ ਤੁਹਾਨੂੰ ਇਸ ਕਰਕੇ ਕਹਿਣਾ ਕਿ ਤੁਸੀਂ ਪਹਿਲਾਂ ਸ਼ੁਰੂ 'ਚ ਕਿਹਾ ਸੀ ਕਿ ਇਹਦਾ ਪਤਾ ਕਿਵੇਂ ਲੱਗਦਾ ਜਾਂ ਕਿਵੇਂ ਹੈ, ਚਲੋ ਮੰਨ ਲੈਂਦੇ ਆ, ਲੇਕਿਨ ਸੁਨੀਲ ਜਾਖੜ ਉਹ ਤਾਂ ਤੁਹਾਡੇ ਪ੍ਰਧਾਨ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜਿਹੜੇ ਅਫਸਰਸ਼ਾਹੀ ਹੈਂਕੜਬਾਜ਼ ਹੋ ਗਈ, ਅਫਸਰਸ਼ਾਹੀ ਕਿਸੇ ਦੀ ਸੁਣਦੀ ਨਹੀਂ, ਅਫਸਰਸ਼ਾਹੀ ਆਪਦੀ ਮਨਮਰਜ਼ੀ ਕਰਦੀ ਹੈ। ਇਹਦੇ ਬਾਰੇ ਕੀ ਕਹੋਗੇ? ਮੈਂ ਤਾਂ ਇਹ ਕਿਹਾ ਹੀ ਨਹੀਂ ਕਿ ਕੋਈ ਗੱਲ ਨਹੀਂ ਹੋਈ ਹੋਊਗੀ, ਬਿਲਕੁਲ ਕੋਈ ਨਾ ਕੋਈ ਜ਼ਰੂਰ ਗੱਲ ਹੋਈ ਹੋਊਗੀ, ਕੋਈ ਨਾ ਕੋਈ ਅੱਗ ਜ਼ਰੂਰ ਸੁਣ ਗਈ ਹੋਊਗੀ, ਤਾਂ ਹੀ ਧੂੰਆਂ ਨਿਕਲਿਆ। ਇਹਦੇ 'ਚ ਤਾਂ ਮੈਂ ਕੋਈ ਡਿਨਾਈ ਨਹੀਂ ਕਰ ਰਿਹਾ, ਕੁਛ ਨਾ ਕੁਛ ਹੋ ਸਕਦਾ ਹੋਇਆ ਹੋਵੇ, ਬਿਲਕੁਲ ਮੈਂ ਡਿਨਾਈ ਨਹੀਂ ਕਰ ਰਿਹਾ। ਲੇਕਿਨ ਕਿੰਨਾ ਹੋਇਆ ਜਾਂ ਕਿੰਨੀ ਗੱਲ ਨੂੰ ਵਧਾ ਕੇ ਬਾਤ ਦਾ ਬਤੰਗੜ ਬਣਾਇਆ ਗਿਆ, ਉਹ ਇੱਕ ਮੁੱਦਾ ਹੈਗਾ ਜਿਹੜਾ ਕਿ ਡਿਸਕਸ਼ਨ ਹੋ ਸਕਦੀ ਹੈ। ਠੀਕ ਹੈ ਨਾ ਜੀ। ਦੂਸਰੀ ਗੱਲ, ਇਹ ਜਿੰਨੀਆਂ ਵੀ ਐਲੀਗੇਸ਼ਨਸ ਲਗਾ ਰਹੇ ਨੇ, ਬਲਟੋਆ ਸਾਹਿਬ ਲਗਾ ਰਹੇ ਨੇ ਜਾਂ ਮੇਰਾ ਮੀਤ ਹੇਰ ਜੀ ਲਗਾ ਰਹੇ ਨੇ, ਐਮਐਲਏ ਸਾਹਿਬ ਜੀ, ਐਮਐਲਏ ਸਾਹਿਬ ਫਿਰ ਨੇ ਲਗਾ ਰਹੇ ਨੇ ਜੀ। ਗੱਲ ਇਹ ਹੈ ਵੀ ਕਹਿੰਦੇ ਜੀ ਡਿਸਟਿਲਰੀ ਇਲੀਗਲ ਚੱਲ ਰਹੀ ਹੈ। ਇਹ ਆਮ ਆਦਮੀ ਪਾਰਟੀ ਵਾਲੇ ਤਾਂ ਬਹੁਤ ਮਾਸਟਰ ਨੇ ਇਸ ਕੰਮ 'ਚ ਵੀ ਜਾ ਕੇ ਧਰਨਾ ਲਾ ਲੈਂਦੇ ਨੇ, ਜਿੱਥੇ ਕੋਈ ਗਲਤ ਕੰਮ ਹੋ ਰਿਹਾ ਹੋਵੇ। ਹੁਣ ਲਾਉਂਦੇ ਕਿਉਂ ਨਹੀਂ ਧਰਨਾ? ਬਿਠਾ ਦੱਸ ਦੇਣ, ਸਾਨੂੰ ਵੀ ਦੱਸ ਦੇਣ ਵੀ ਹਾਂ ਇੱਥੇ ਡਿਸਟਿਲਰੀ ਗਲਤ ਚੱਲ ਰਹੀ ਹੈ। ਇਲੀਗਲ ਕੋਈ ਛੋਟੀ, ਮੇਰੀ ਗੱਲ ਇੱਕ ਮਿੰਟ ਮੈਨੂੰ ਵਾਲੀ ਕੋਈ ਸੰਧੂ ਸਾਹਿਬ ਨੂੰ ਗੱਲ ਕਰ ਲੈਂਦਾ। ਹਾਂਜੀ, ਕੋਈ ਛੋਟੀ ਮੋਟੀ ਸਮਗਲਿੰਗ, 2 ਪੇਟੀਆਂ ਸ਼ਰਾਬ ਦੀਆਂ ਲਿਆ ਕੇ ਅਗਲਾ ਵੇਚ ਲੈਂਦਾ ਚੁੱਪ ਚਪੀਤੇ ਜੇ, ਉਹ ਚੀਜ਼ ਮੰਨ ਸਕਦੇ ਵੀ ਹਾਂ ਹੁੰਦੀ ਹੋਊਗੀ, ਕੋਈ ਕਿਤੇ ਨਾ ਕਿਤੇ ਨਾ ਪੁਰਾਣੇ ਬੰਦੇ ਲੱਗੇ ਹੁੰਦੇ ਨੇ, ਕੋਈ ਹੋਰ ਕੰਮ ਹੁੰਦਾ। ਲੇਕਿਨ ਇਹ ਕਹਿ ਰਹੇ ਨੇ ਡਿਸਟਿਲਰੀ ਇਲੀਗਲ ਚੱਲ ਰਹੀਆਂ ਨੇ, ਇਹ ਕੌਣ ਮੰਨੂਗਾ ਇਹਨਾਂ ਦੀ ਗੱਲ ਨੂੰ? ਕਹਿਣ ਦਾ ਮਤਲਬ ਇਹ ਹੈ ਕਿ ਬੇਸਲੈਸ ਇਹਦਾ ਮਤਲਬ ਜੀ ਸੰਧੂ ਸਾਹਿਬ ਇੱਕ ਗੱਲ ਤਾਂ ਹੈ ਕਿ ਚਲੋ ਅਸੀਂ ਤਾਂ ਬਿਲਕੁਲ ਨਿਰਪੱਖ ਹਾਂ। ਮੈਨੂੰ ਕਈ ਵਾਰੀ ਫੋਨ ਆਉਂਦੇ ਨੇ
ਕਿ ਸਾਡੇ ਪਿੰਡ ਦੀ ਸ਼ਰਾਬ ਵਿਕ ਰਹੀ ਹੈ, ਸਾਡੇ ਪਿੰਡ ਸ਼ਰਾਬ ਕੱਢੀ ਜਾ ਰਹੀ ਹੈ, ਔਰ ਕਈ ਵਾਰ ਤਾਂ ਔਰਤਾਂ ਦੇ ਫੋਨ ਆਏ ਨੇ ਕਿ ਇਸ ਤਰ੍ਹਾਂ ਚੱਲ ਰਿਹਾ ਹੈ। ਹਾਂਜੀ ਬੀਥੇਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਸੀ? ਜੀ ਗੱਲ ਇਹ ਹੈ ਨਾ, ਕ੍ਰਾਈਮ ਤਾਂ ਸਾਰੀ ਪੁਲਿਸ ਫੋਰਸ, ਇੱਕ ਮਿੰਟ, ਸ਼ਰਾਬ ਵੇਚਣ ਦਾ ਤਾਂ ਮੁੱਦਾ ਅੱਡ ਹੈਗਾ, ਇੱਕ ਮਿੰਟ ਮੰਨ ਲਈਏ, ਕ੍ਰਾਈਮ ਕਦੇ ਵੀ ਨਹੀਂ ਰੁਕਦਾ ਹੁੰਦਾ। ਜਿਹੜਾ ਚੋਰ ਹੁੰਦਾ ਹੈ, ਜਿਹੜਾ ਸਮਗਲਰ ਹੁੰਦਾ ਹੈ, ਉਹ ਨਵੇਂ ਤੋਂ ਨਵਾਂ ਢੰਗ ਲੱਭਦਾ ਆਪਣੇ ਕੰਮ ਕਰਨ ਦਾ। ਜੇ ਕੋਈ ਕਹੇ ਵੀ 100% ਕ੍ਰਾਈਮ ਹੀ ਖਤਮ ਹੋ ਗਿਆ ਤਾਂ ਇਹ ਪੋਸੀਬਲ ਨਹੀਂ ਹੈ। ਛੋਟੀ ਮੋਟੀ ਕੋਈ ਨਾ ਕੋਈ 4 ਬੋਤਲਾਂ ਲਿਆਇਆ, 2 ਵੇਚਤੀਆਂ, ਆਪਣੀ ਉਹਨੇ ਪੈਸੇ ਕਮਾ ਲਏ, ਇੱਕ ਡਿਫਰੈਂਟ ਤਰੀਕੇ ਦਾ ਕ੍ਰਾਈਮ ਹੁੰਦਾ ਹੈ, ਇਹਨੂੰ ਵੀ ਰੋਕਣ ਲੱਗੇ ਹੋਏ ਨੇ। ਲੇਕਿਨ ਛੋਟੇ ਜਿਹੜੇ ਬੂਟਲੈਗਰਸ ਹੁੰਦੇ ਨੇ, ਜਾਂ ਛੋਟੇ ਇਹਨਾਂ ਨੂੰ ਕਹਿ ਲਓ ਵੀ ਸਮਗਲਰ ਕਹਿ ਲਓ, ਵਪਾਰੀ ਕਹਿ ਲਓ, ਉਹ ਆਪਣਾ 6 ਬੋਤਲਾਂ ਲਿਆਏ, 4 ਵੇਚਤੀਆਂ, 2 ਪੀ ਲੀਆਂ। ਉਹਨਾਂ ਨੂੰ ਕਿਤੇ ਰੋਕਣ ਦੀ ਨੱਕ ਪਾ ਰਹੇ ਆ, ਲੇਕਿਨ ਫਿਰ ਵੀ ਵਿੱਚੋਂ ਲੀਕ ਹੋ ਜਾਂਦੇ ਨੇ। ਲੇਕਿਨ ਡਿਸਟਿਲਰੀਆਂ ਇਲੀਗਲ ਚੱਲ ਰਹੀਆਂ ਤਾਂ ਬੇਸਲੈਸ ਐਲੀਗੇਸ਼ਨ ਕਹਿਣ ਦਾ ਨਾ, ਮੈਂ ਉਹਦੀ ਗੱਲ ਕਰ ਰਿਹਾ। ਹਾਂਜੀ ਬੀਥੇਰ ਜੀ, ਤੁਸੀਂ ਕੀ ਕਹੋਗੇ? ਤੁਸੀਂ ਮੀਡੀਆ ਚੋਂ ਜਿਹੜਾ ਖੰਨੇ ਫੜਿਆ ਗਿਆ ਹੈਗਾ, ਜਿਹੜਾ ਪਲਾਂਟ ਚੱਲਦਾ ਸੀ, ਉੱਥੇ 60,000 ਪੇਟੀ ਮਹੀਨੇ ਦੀ ਬਣਦੀ ਸੀਗੀ। 60,000 ਇਹਨਾਂ ਦੇ ਆਪ ਦੇ ਜਿਹੜੇ ਰਾਣਾ ਗੁਰਜੀਤ ਜੀ ਨੇ, ਉਹਨਾਂ ਨੇ ਉਹਦੇ ਦਾ ਬਿਆਨ ਆਇਆ ਉਹਨਾਂ ਦਾ। ਜਿਹੜੀ ਗੱਲ ਕਹਿੰਦੇ ਕਿ ਤੁਸੀਂ ਜਾ ਕੇ ਕਰ ਲਓ, ਤੁਸੀਂ ਦਿਓ, ਪੁਲਿਸ ਸਾਨੂੰ ਦਿਓ, ਤੁਸੀਂ ਐਕਸਾਈਜ਼ ਡਿਪਾਰਟਮੈਂਟ ਸਾਨੂੰ ਦਿਓ, ਅਸੀਂ ਫੜ ਲਾਂਗੇ। ਐਕਸਾਈਜ਼ ਤੁਹਾਡੇ ਕੋਲੇ, ਪੁਲਿਸ ਤੁਹਾਡੇ ਕੋਲੇ, ਲੋਕਾਂ ਨੇ ਸਰਕਾਰ ਦੇ ਵਿੱਚ ਤੁਹਾਨੂੰ ਬਿਠਾਇਆ, ਸਾਨੂੰ ਨਹੀਂ ਬਿਠਾਇਆ, ਸਾਨੂੰ ਆਪੋਜੀਸ਼ਨ 'ਚ ਬਿਠਾਇਆਗਾ। ਜ਼ਿੰਮੇਵਾਰੀ ਆਪਰੇਟਿੰਗ ਪ੍ਰੋਸੀਜਰ ਹੀ ਇਹੀ ਹੈਗਾ ਵੀ ਸਾਨੂੰ ਪੁਲਿਸ ਦੇ ਦਿਓ। ਦਿੱਲੀ ਤੁਹਾਡਾ ਕੇਜਰੀਵਾਲ ਪੁਲਿਸ ਕਰੀ ਜਾਂਦਾ, ਤੁਹਾਨੂੰ ਵੀ ਪੁਲਿਸ ਚਾਹੀਦੀ ਹੈ। ਤੁਸੀਂ ਡੰਡੇ ਨਾਲ ਰਾਜ ਕਰਨਾ ਚਾਹੁੰਦੇ ਹੋ? ਲੋਕਾਂ ਦਾ ਕਮਾਲ ਹੈ ਯਾਰ, ਪੁਲਿਸ ਹੀ ਮੰਗੀ ਜਾਂਦੇ ਤੁਸੀਂ। ਦਿੱਲੀ ਵੀ ਪੁਲਿਸ ਮੰਗੀ ਜਾਂਦੇ ਹੋ, ਇੱਥੇ ਵੀ ਪੁਲਿਸ ਮੰਗੀ ਜਾਂਦੇ ਹੋ, ਤੁਹਾਨੂੰ ਹੋਰ ਕੋਈ ਕੰਮ ਹੀ ਨਹੀਂ ਮੇਰਾ ਵੀਰ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਰੋ, ਸਰਕਾਰ ਤੁਹਾਡੀ ਆ, ਅਸੀਂ ਆਪੋਜੀਸ਼ਨ 'ਚ, ਅਸੀਂ ਜਿੱਥੇ ਕੋਈ ਕਮੀ ਪੇਸ਼ੀ ਹੋਊਗੀ ਉਹਨੂੰ ਉਜਾਗਰ ਕਰਨਾ, ਬੇਸਲੈਸ ਐਲੀਗੇਸ਼ਨ ਨਾ ਲਗਾਓ ਕਿ ਡਿਸਟਿਲਰੀਆਂ ਚੱਲ ਰਹੀਆਂ ਨੇ। ਜੇ ਕੋਈ ਚੱਲਦੀ ਹੋਊਗੀ ਚਾਹੀਦੀ ਬੰਦ ਵੀ ਹੋਊਗੀ। ਮੋਦੀ ਕੈਬਨਿਟ ਦੇ ਵਿੱਚ ਬੈਠੇ ਸੁਖਜਿੰਦਰ ਰੰਧਾਵਾ ਦਾ, ਚੰਨੀ ਜੀ ਦਾ ਅੱਜ ਦੇ ਟ੍ਰਿਬਿਊਨ ਅਖਬਾਰ ਦੇ ਵਿੱਚ ਇਹ ਬਿਆਨ ਲੱਗਿਆ ਹੋਏਗਾ। ਪਹਿਲਾਂ ਤੁਸੀਂ ਮੇਰੀ ਗੱਲ ਦਾ ਜਵਾਬ ਦੇ ਦਿਓ ਵੀ ਤੁਹਾਨੂੰ ਹਰ ਥਾਂ ਤੇ ਪੁਲਿਸ ਹੀ ਕੋਈ ਚਾਹੀਦੀ ਹੈ। ਤੁਸੀਂ ਪੁਲਿਸ ਦੇ ਰਾਹੀਂ ਰਾਜ ਕਰਨਾ ਚਾਹੁੰਦੇ ਹੋ? ਜੀ ਚਲੋ ਆਪਾਂ ਮੁੱਦੇ ਤੇ ਆਈਏ। ਇਹ ਜਿਹੜੇ ਆਪਾਂ ਨਿੱਜੀ, ਹਾਂਜੀ ਬਲਟੋਆ ਸਾਹਿਬ, ਮੈਂ ਫਿਰ ਤੁਹਾਡੇ ਕੋਲ ਇਸ ਕਰਕੇ ਆਉਣਾ ਹੈ ਕਿ ਜਿਹੜੀ ਗੱਲ ਬੀਥੇਰ ਉਹਨਾਂ ਨੇ ਕੀਤੀ ਹੈ ਕਿ ਇੱਕ ਮੰਤਰੀ ਕਹਿ ਰਿਹਾ ਹੈ ਕਿ 2500 ਕਰੋੜ ਦਾ ਘਾਟਾ ਅਫਸਰਸ਼ਾਹੀ ਦੀ ਤੇ ਠੇਕੇਦਾਰਾਂ ਦੀ ਹੇਰਾਫੇਰੀ ਕਾਰਨ ਹੋ ਰਿਹਾ ਹੈ, ਜਿਹੜਾ 30% ਇਹਨਾਂ ਨੇ ਇਨਕਰੀਜ਼ ਨਹੀਂ ਦਿੱਤਾ ਸੀ। ਇਹ ਹੁਣ ਜਦੋਂ ਮੰਤਰੀ ਕਹਿੰਦਾ ਹੈ ਤੇ ਫਿਰ ਜੇ ਮੰਤਰੀ ਆਪ ਐਲੀਗੇਸ਼ਨ ਲਾ ਰਹੇ ਨੇ ਤਾਂ ਫਿਰ ਜ਼ਿੰਮੇਵਾਰੀ ਕਿਹਦੀ ਫਿਕਸ ਕਰਾਂਗੇ ਆਪਾਂ? ਦੇਖੋ ਵਾਲੀਆ ਜੀ, ਇਹੀ ਬਦਕਿਸਮਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਸਰਕਾਰ ਚਲਾਉਣੀ ਹੈ, ਜਿਨ੍ਹਾਂ ਲੋਕਾਂ ਨੇ ਅਫਸਰਸ਼ਾਹੀ ਨੂੰ ਜਾਂ ਸਾਰੇ ਸਿਸਟਮ ਨੂੰ ਜਵਾਬਦੇਹ ਬਣਾਉਣਾ ਹੈ, ਤੇ ਜੇ ਉਹੀ ਐਲੀਗੇਸ਼ਨਾਂ ਤੇ ਆ ਜਾਣਗੇ ਜਾਂ ਗੱਲਾਂ ਕਰਨ ਤੇ ਆ ਜਾਣਗੇ, ਕੇਵਲ ਗੱਲਾਂ ਤੱਕ ਸੀਮਤ ਰਹਿ ਜਾਣਗੇ, ਤੇ ਫਿਰ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ? ਔਰ ਬਹੁਤ ਵੱਡੀ ਬਦਕਿਸਮਤੀ ਹੈ। ਚਾਰ ਫਿਰ ਲੁੱਟ ਮੱਚੀ ਹੋਈ ਹੈ। ਜਿਨ੍ਹਾਂ ਦੇ ਰੇਤਾ ਦੇ ਕਾਰੋਬਾਰ ਬੰਦ ਹੋ ਗਏ ਨਾ, ਕਾਂਗਰਸੀ ਆਗੂਆਂ ਦੇ, ਕਾਂਗਰਸੀ ਵਿਧਾਇਕਾਂ ਦੇ, ਉਹ ਅੱਜ ਰੇਤਾ ਦਾ ਕਾਰੋਬਾਰ ਬੰਦ ਹੋ ਗਿਆ ਕਰੋਨਾ ਦੇ ਵਿੱਚ, ਉਹ ਸਾਰੇ ਸ਼ਰਾਬ ਤੇ ਲੱਗੇ ਹੋਏ। ਇਹ ਮੈਂ ਨਹੀਂ ਕਹਿ ਰਿਹਾ, ਇਹ ਤੁਹਾਡੇ ਵਾਂਗ ਇੱਕ ਬਹੁਤ ਸੀਨੀਅਰ ਜਰਨਲਿਸਟ ਦੀ ਰਿਪੋਰਟਿੰਗ ਹੈ, ਅਖਬਾਰਾਂ ਦੇ ਵਿੱਚ ਰਿਪੋਰਟਿੰਗ ਹੈ, ਆਮ ਚਰਚਾ ਆ, ਆਮ ਚਰਚਾ ਵੀ ਹੈ ਕਿ ਪੰਜਾਬ ਦੇ ਅੰਦਰ ਬਣ ਕੀ ਆਇਆ। ਔਰ ਐਕਸਾਈਜ਼ ਜਿਹੜਾ ਘਾਟੇ 'ਚ ਜਾ ਰਿਹਾ ਜਾਂ ਜਿਹੜੀ ਲੁੱਟ ਮੱਚੀ ਹੋਈ ਹੈ, ਜਦੋਂ ਆਪਣੇ ਘਰ ਭਰਨ ਤੱਕ ਸੀਮਿਤ ਹੋ ਜਾਊ, ਜਿਸ ਤਰ੍ਹਾਂ ਜ਼ਿਕਰ ਵੀ ਹੋਇਆ ਅਖਬਾਰਾਂ ਦੇ ਵਿੱਚ ਕਿ ਇੱਕ ਮੁੱਖ ਮੰਤਰੀ ਸਾਹਿਬ ਦਾ, ਉਹਨਾਂ ਦਾ ਬਹੁਤ ਨੇੜਲਾ ਕਾਂਗਰਸੀ ਆਗੂ 2000 ਕਰੋੜ ਰੁਪਏ ਦੀ ਸ਼ਰਾਬ ਵੇਚ ਗਿਆ 2 ਨੰਬਰ ਦੇ ਵਿੱਚ। ਇਹ ਅਖਬਾਰਾਂ ਕਹਿ ਰਹੀਆਂ ਨੇ, ਮੈਂ ਨਹੀਂ ਕਹਿ ਰਿਹਾ, ਅਖਬਾਰਾਂ ਕਹਿ ਰਹੀਆਂ ਨੇ। ਪਰ ਮੇਰੇ ਵਰਗੇ ਜਾਂ ਜਿਹੜੇ ਮਾੜੀ ਮੋਟੀ ਜਾਣਕਾਰੀ ਰੱਖਦੇ ਨੇ ਪੰਜਾਬ ਦੀ ਸਿਆਸਤ ਦੀ, ਪੰਜਾਬ ਦੇ ਹਾਲਾਤਾਂ ਦੀ, ਪੰਜਾਬ ਦੀ ਸਰਕਾਰ ਦੀ, ਉਹਨਾਂ ਸਾਰਿਆਂ ਨੂੰ ਪਤਾ ਗਿਆ ਕਿ ਪੰਜਾਬ ਦੇ ਅੰਦਰ ਬਣ ਕੀ ਰਿਹਾ ਹੈ। ਦੇਖੋ ਇੱਕ ਤੁਸੀਂ ਬੜੀ ਵਧੀਆ ਡਿਸਕਸ਼ਨ ਕਰ ਰਹੇ ਜੀ ਕਿ ਪੰਜਾਬ ਦੇ ਅੰਦਰ ਮੰਤਰੀਆਂ ਤੇ ਅਫਸਰਸ਼ਾਹੀ ਦਾ ਟਕਰਾਅ ਜਿਹੜਾ ਕਿਸ ਪਾਸੇ ਜਾਊ। ਪਰ ਇਸ ਵੇਲੇ ਚਾਹੀਦਾ ਤਾਂ ਇਹ ਸੀਗਾ ਸਿਰ ਜੋੜ ਕੇ ਕਿ ਜਿਹੜੀ ਕਰੋਨਾ ਵਰਗੀ ਮਹਾਮਾਰੀ ਹੈ, ਉਹਦੇ ਨਾਲ ਲੜਨਾ ਕਿਵੇਂ ਹੈ, ਉਹਦੇ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਕਿਵੇਂ ਹੈ, ਪੰਜਾਬ ਦੇ ਲੋਕਾਂ ਤੱਕ ਸਹੂਲਤਾਂ ਜਿਹੜੀਆਂ ਕਿ ਜਿਹੜੇ ਬੜੇ ਪਰੇਸ਼ਾਨ ਨੇ, ਜਿਨ੍ਹਾਂ ਦਾ ਕਾਰੋਬਾਰ ਬੰਦ ਨੇ, ਜਿਹੜੇ ਹੈਂਡ ਟੂ ਮਾਊਥ ਨੇ, ਜਿਹੜੇ ਸਵੇਰੇ ਕਮਾਉਂਦੇ ਸੀ ਰਾਤ ਨੂੰ ਖਾਂਦੇ ਸੀ, ਉਹਨਾਂ ਦਾ ਹਾਲਤ ਕੀ ਹੈ, ਸਰਕਾਰ ਨੂੰ ਕੀ ਪਤਾ ਰਿਹਾ। 70,000 ਮੀਟ੍ਰਿਕ ਟਨ ਜਿਹੜੀ ਕਣਕ ਹੈ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਕੋਲ ਪਹੁੰਚ ਚੁੱਕੀ ਹੈ, ਕੇਵਲ ਤੇ ਕੇਵਲ 1% ਵੰਡੀ ਹੈ।
ਤੇ ਤੁਸੀਂ ਦੱਸੋ 99% ਕਣਕ ਕਿੱਥੇ ਗਈ? ਉਹ ਮੰਡੀ ਨਹੀਂ। ਜਵਾਬ ਦੇਤਾ ਜੀ, ਹਾਂਜੀ। ਦਾਲ ਨਹੀਂ ਆਈ। ਹਾਂਜੀ। ਉਹ ਕਹਿੰਦੇ ਦਾਲ ਨਹੀਂ ਆਈ। ਨਹੀਂ ਚਲੋ, ਨਹੀਂ ਦਾਲ ਨਹੀਂ ਆਈ, ਜੇ ਕਣਕ ਵੰਡਣੀ ਸ਼ੁਰੂ ਕੀਤੀ ਸੀ 70,000 ਮੀਟ੍ਰਿਕ ਟਨ ਚੋਂ 1% ਤੁਸੀਂ ਵੰਡ ਕੇ ਤੁਸੀਂ ਪਹਿਲਾਂ ਤਾਂ ਬੋਲੇ ਹੀ ਨਹੀਂ, ਕਾਫੀ ਦਿਨ ਤਾਂ ਬੋਲੇ ਹੀ ਨਹੀਂ, ਸਾਡੇ ਕੋਲ ਆਇਆ ਹੀ ਕੱਖ ਨਹੀਂ, ਆਇਆ ਕੱਖ ਨਹੀਂ। ਜਦੋਂ ਰਾਮ ਵਿਲਾਸ ਪਾਸਵਾਨ ਜੀ ਨੇ ਬਕਾਇਦਾ ਟਵੀਟ ਕਰਕੇ ਬਕਾਇਦਾ ਜਾਣਕਾਰੀ ਦੇ ਕੇ ਪੰਜਾਬ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਆ, ਉਸ ਤੋਂ ਬਾਅਦ ਪੰਜਾਬ ਸਰਕਾਰ ਮਾੜਾ ਮੋਟਾ ਬੋਲੀ ਹੈ। ਬਲਟੋਆ ਸਾਹਿਬ, ਕਿਉਂਕਿ ਜੀ। ਟਾਈਮ ਬਹੁਤ ਤੇਜ਼ੀ ਨਾਲ ਜਾ ਰਿਹਾ ਹੈ, ਸੰਧੂ ਸਾਹਿਬ ਕੁਝ ਕਹਿਣਾ ਮੈਨੂੰ ਚਾਹੋਗੇ ਵੀ- ਜੋ ਓਵਰਆਲ? ਮੂਲੇ ਜੀ, ਮੈਂ ਇਹਨਾਂ ਨੂੰ ਰਿਕਾਰਡ ਤੋਂ ਬੋਲ ਰਿਹਾ, ਰਿਕਾਰਡ ਦੀ ਗੱਲ ਦੱਸ ਦਿੰਦਾ ਮੇਰੇ ਵੀਰ ਜੀ ਨੂੰ, ਬਲਟੋਆ ਸਾਹਿਬ ਜੀ ਨੂੰ। ਜੀ 5 ਮਈ ਤੱਕ ਇਹ ਰਿਕਾਰਡ ਦੀ ਹੈ, ਰਿਕਾਰਡ ਚੈੱਕ ਕਰਾ ਲਿਓ। 5 ਮਈ ਤੱਕ ਓਨਲੀ ਐਂਡ ਓਨਲੀ 50% ਦਾਲ ਪਹੁੰਚੀ ਹੈ, ਉਹ ਵੀ 5 ਨੂੰ ਪਹੁੰਚ ਰਹੀ ਹੈ, ਜਿਹੜੀ 50% ਅਜੇ ਪੂਰੀ ਨਹੀਂ ਹੋਈ। ਠੀਕ ਹੈ ਜੀ। ਕਣਕ ਤਾਂ ਸਾਡੇ ਕੋਲ ਪਈ ਹੈਗੀ ਹੈ, ਕਣਕ ਤਾਂ ਗੋਦਾਮਾਂ 'ਚ ਪਈ ਹੈ, ਪੰਜਾਬ 'ਚ ਹੀ ਪਈ ਹੈ, ਤਾਂ ਦੇਈ ਜਾਂਦੇ ਆ। ਜੇ ਕਣਕ ਦੇ ਸੈਂਟਰ ਗਵਰਨਮੈਂਟ ਹੁੰਦੀ ਤਾਂ ਉਹ ਵੀ ਨਹੀਂ ਆਉਣੀ। ਅਜੇ ਤੱਕ ਦਾਲ ਕਿਉਂ ਨਹੀਂ ਪਹੁੰਚੀ? ਇਹਨਾਂ ਨੂੰ ਬੀਬਾ ਜੀ ਕਿਉਂ ਨਹੀਂ? ਬੀਬਾ ਜੀ ਦਿੱਲੀ ਵਿੱਚ ਵਜ਼ਾਰਤ ਦੇ ਮਜ਼ੇ ਭੋਗ ਰਹੇ ਨੇ, ਘੱਟੋ ਘੱਟ ਦਾਲ ਤਾਂ ਭਿਜਵਾ ਦਿੰਦੇ ਕਿ ਲੋਕਾਂ ਦੇ ਮੂੰਹ ਦਾਲ ਵੀ ਨਹੀਂ ਪੈਣ ਦੇਣੀ ਸੈਂਟਰ ਗਵਰਨਮੈਂਟ ਨੇ। ਇਹ ਫੈਕਚੁਅਲ ਗੱਲ ਹੈ, ਰਿਕਾਰਡ ਦੀ ਗੱਲ ਹੈ, ਚੈੱਕ ਕਰ ਲੈਣ। ਬਣੀ ਸੰਧੂ ਜੀ, ਤੁਸੀਂ ਆਪਾਂ ਹੁਣ ਕਿਉਂਕਿ ਲਾਸਟ ਦੇ ਵਿੱਚ ਜਾ ਰਹੇ ਆ, ਤੁਹਾਨੂੰ ਕੀ ਲੱਗਦਾ ਹੈ ਕਿ ਮੰਤਰੀਆਂ ਤੇ ਅਫਸਰਸ਼ਾਹੀ ਚ ਤਾਲਮੇਲ ਹੋਣੀ ਚਾਹੀਦੀ ਹੈ? ਇਹਨਾਂ ਨੇ ਤਾਂ ਸਰਕਾਰ ਚਲਾਉਣੀ ਹੈ ਰਲ ਕੇ। ਮੈਂ ਬਿਲਕੁਲ, ਤੁਹਾਡੀ ਗੱਲ ਸਹੀ ਹੈ ਜੀ, ਤਾਲਮੇਲ ਹੋਣਾ ਚਾਹੀਦਾ ਹੈ। ਜੇ ਕੋਈ 19-21 ਦੇ ਡਿਫਰੈਂਸਿਸ ਕੋਈ ਆਏ ਹੋਣਗੇ, ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ, ਤੁਹਾਡੇ ਚੈਨਲ ਰਾਹੀਂ ਪੰਜਾਬ ਦੇ ਲੋਕਾਂ ਨੂੰ ਆਸ਼ਵਾਸਨ ਦਿੰਦਾ ਕਿ ਕੱਲ ਨੂੰ ਇਹ ਬਿਲਕੁਲ ਰਿਜ਼ੋਲਵ ਹੋਇਆ ਇਸ਼ੂ ਹੋਊਗਾ। ਇਹ ਇਸ਼ੂ 'ਚ ਕੋਈ ਮੁੱਦਾ ਹੀ ਨਹੀਂ ਹੈਗਾ। ਜੀ 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 ਲਾਸਟ ਦੇ ਵਿੱਚ ਜੀ ਛੋਟੀ ਜੀ ਗੱਲ ਦੇ ਵਿੱਚ ਜੀ ਮੀਥੇਰ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਜੀ ਜੀ, ਕੀ ਕਹਿਣਾ ਚਾਹੁੰਦੇ ਹੋ ਅਖੀਰ 'ਚ? ਦੇਖੋ ਜੀ, ਮੈਂ ਇਹੀ ਕਹੂੰਗਾ ਕਿ ਜਿੰਨਾ ਟਾਈਮ ਜਿਹੜੀਆਂ ਸਰਕਾਰਾਂ ਨੇ ਫਾਰਮ ਹਾਊਸਾਂ ਤੋਂ ਚੱਲਦੀਆਂ ਰਹਿਣਗੀਆਂ, ਜਿੰਨਾ ਟਾਈਮ ਮੁੱਖ ਮੰਤਰੀ ਆਪਦੇ ਇੱਕ ਅਫਸਰ ਨੂੰ ਕਹਿ ਕੇ ਚੱਲ ਜਾਣਗੇ ਵੀ ਭਾਈ ਤੂੰ ਸਰਕਾਰ ਨੂੰ ਦੇਖਣਾ, ਤੂੰ ਹੀ ਮੰਤਰੀਆਂ ਨੂੰ ਦੇਖਣਾ, ਤੇਰੀ ਚੱਲੂਗੀ, ਉਹਨਾਂ ਟਾਈਮ ਹਾਲਾਤ ਇਹੀ ਰਹਿਣਗੇ। ਤੇ ਮੰਤਰੀਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਜੇ ਤੁਹਾਡੀ ਨਹੀਂ ਚੱਲਦੀ ਤਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ। ਤੁਹਾਡੇ ਅਫਸਰ ਧੱਕੇ ਨਾਲ ਹੱਥ ਫੜ ਕੇ ਸਾਈਨ ਨਹੀਂ ਕਰਵਾ ਸਕਦੇ। ਜੇ ਤੁਹਾਨੂੰ ਲੱਗਦਾ ਹੁੰਦਾ ਕਿ ਅਫਸਰ ਤੁਹਾਡੀ ਨਹੀਂ ਸੁਣਦੇ, ਜੇ ਤੁਹਾਨੂੰ ਲੱਗਦਾ ਹੁੰਦਾ ਕੋਈ ਪਾਲਿਸੀ ਪੰਜਾਬ ਦੇ ਹਿੱਤ 'ਚ ਨਹੀਂ ਹੈਗੀ, ਤਾਂ ਤੁਸੀਂ ਉਹ ਕੈਬਨਿਟ ਦੀ ਮੀਟਿੰਗ ਦੇ ਵਿੱਚ ਬੈਠੇ ਸਾਈਨ ਨਾ ਕਰਿਆ ਕਰੋ। ਜੇ ਅਫਸਰ ਤੁਹਾਡੀ ਨਹੀਂ ਸੁਣਦੇ ਤਾਂ ਤੁਸੀਂ ਲੋਕਾਂ 'ਚ ਆ ਕੇ ਦੱਸੋ ਤੇ ਆਪਦੀਆਂ ਕੁਰਸੀਆਂ ਤੋਂ ਰਿਜ਼ਾਈਨ ਦੇਵੋ। ਤੁਸੀਂ ਕੱਲਾ ਕੈਬਨਿਟ ਦੀਆਂ ਮੀਟਿੰਗਾਂ 'ਚੋਂ ਉੱਠ ਕੇ ਤੁਸੀਂ ਕੇਵਲ ਇਹ ਕਹਿ ਕੇ ਕਿ ਅਫਸਰ ਸਾਡੀ ਗੱਲ ਨਹੀਂ ਸੁਣਦੇ, ਤੁਸੀਂ ਲੋਕਾਂ ਤੋਂ ਜਵਾਬ ਦੇਣ ਤੋਂ ਤੁਸੀਂ ਆ ਜਿਹੜੇ ਉਹ ਭੱਜ ਨਹੀਂ ਸਕਦੇ। ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਗੱਲ ਤਾਂ ਸਿੰਪਲ ਇਹ ਹੈ ਕਿ ਜੋ ਮੀਥੇਰਾਂ ਨੇ ਕਿਹਾ ਕਿ ਅਫਸਰਾਂ ਨੂੰ ਤੁਸੀਂ ਇਹ ਕਹਿ ਕੇ ਕਿ ਜੀ ਅਫਸਰ ਸਾਡੀ ਗੱਲ ਨਹੀਂ ਸੁਣਦੇ, ਜਾਂ ਇਹਨਾਂ ਨੇ ਜਿਹੜਾ ਹੈ ਅਫਸਰਸ਼ਾਹੀ ਤੇ ਜਿਹੜਾ ਇਹ ਟਕਰਾਅ ਚੱਲ ਰਿਹਾ, ਇਹਦੇ ਨਾਲ ਵੱਡਾ ਨੁਕਸਾਨ ਹੋਣਾ ਹੈ। ਲੋਕਤੰਤਰ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ, ਘੱਟੋ ਘੱਟ ਹਿੰਦੁਸਤਾਨ 'ਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਮੰਤਰੀ ਮੰਡਲ ਜਿਹੜਾ ਹੈ ਉਹ ਆਪ ਵਾਕਆਊਟ ਕਰੇ। ਇਹ ਪਹਿਲਾਂ ਕਦੇ ਨਹੀਂ ਹੋਇਆ। ਇਹ ਤਾਂ ਇੱਕ ਕਿਸਮ ਦਾ ਸੰਵਿਧਾਨਿਕ ਸੰਕਟ ਇਸ ਕਰਕੇ ਬਣਦਾ ਨਜ਼ਰ ਆਉਂਦਾ ਹੈ ਕਿ ਹਾਲਾਂਕਿ ਸੰਧੂ ਸਾਹਿਬ ਕਹਿ ਰਹੇ ਨੇ ਨਾ ਕਿ ਕੋਈ ਵੱਡਾ ਮੁੱਦਾ ਨਹੀਂ, ਮੈਨੂੰ ਵੀ ਲੱਗਦਾ ਹੋ ਜਾਏਗਾ ਰਿਜ਼ੋਲਵ, ਪਰ ਇੱਕ ਵਾਰੀ ਤਾਂ ਇਹ ਗੱਲ ਨਜ਼ਰ ਆਉਂਦੀ ਹੈ ਨਾ ਕਿ ਜਦੋਂ ਤੁਹਾਡਾ ਚੀਫ ਮਿਨਿਸਟਰ ਨੇ ਐਡਰੈਸ ਕਰਨਾ ਹੋਵੇ, ਉਸ ਵੇਲੇ ਮੰਤਰੀ ਉਹਨਾਂ ਦੇ ਆਪ ਵਾਕਆਊਟ ਕਰ ਜਾਣ, ਇਹ ਪਹਿਲਾਂ ਕਦੇ ਨਹੀਂ ਹੋਇਆ। ਇਹਦੇ ਬਾਰੇ ਵੀ ਸੋਚਣ ਦੀ ਲੋੜ ਹੈ। ਲੋਕਤੰਤਰ ਹੈ, ਲੋਕਤੰਤਰ 'ਚ ਕੋਈ ਦੋਰਾਵਾ ਨਹੀਂ, ਪਰ ਲੋਕਤੰਤਰ 'ਚ ਜੋ ਮੰਤਰੀ ਇਹ ਕਹਿੰਦਾ ਕਿ ਨੀਤੀ ਤਾਂ ਤੁਸੀਂ ਬਣਾਉਣੇ ਹੋ, ਅਸੀਂ ਦਖਲ ਨਹੀਂ ਦਿੰਦੇ। ਜਦੋਂ ਕਿਸੇ ਜਿਹੜੀ ਸੱਤਾਧਾਰ ਦੀ ਧਿਰ ਦਾ ਪ੍ਰਧਾਨ ਇਹ ਕਹਿੰਦਾ ਕਿ ਅਫਸਰਸ਼ਾਹੀ ਹੈਂਕੜਬਾਜ਼ ਹੋਗੀ, ਇਹ ਤਾਂ ਫਿਰ ਗੜਬੜ ਗੱਲ ਹੈ। ਜੇ ਕੋਈ ਐਮਪੀ ਉਸੇ ਪਾਰਟੀ ਦਾ ਕਹਿੰਦਾ ਮੰਤਰੀ ਰਿਜ਼ਾਈਨ ਕਰ ਜਾਣ, ਇਹ ਉਦੋਂ ਵੀ ਗਲਤ ਗੱਲ ਹੈ। ਤਾਂ ਬਹੁਤ ਕੁਝ ਐਸਾ ਜਿਹੜਾ ਹੋਇਆ ਹੈ ਇੱਕ ਦਿਨ ਦੇ ਵਿੱਚ ਜਿਹੜਾ ਵੱਡੇ ਸਵਾਲ ਖੜੇ ਕਰਦਾ ਹੈ, ਔਰ ਤੁਹਾਡੇ ਲਈ ਉਹ ਸੰਵਾਦ ਦਾ ਵਿਸ਼ਾ ਛੱਡ ਕੇ ਜਾਂਦਾ ਹੈ। ਮੈਨੂੰ ਪੂਰਨ ਆਸ ਅੱਜ ਕੱਲ੍ਹ ਤੁਸੀਂ ਸੱਥਾਂ 'ਚ ਤਾਂ ਜਾਂਦੇ ਨਹੀਂ, ਘਰ ਬੈਠਦੇ ਹੋ, ਫੋਨ ਤੇ ਸੋਸ਼ਲ ਮੀਡੀਆ ਤੇ ਜਿੱਥੇ ਵੀ ਗੱਲ ਕਰੋਗੇ ਇਸ ਤਰ੍ਹਾਂ ਦੇ ਸੰਵਾਦ ਨੂੰ ਲੈ ਕੇ ਜਾਓਗੇ ਤਾਂ ਕਿ ਅਸੀਂ ਚੰਗੀਆਂ ਪਿਰਤਾਂ ਲੋਕਤੰਤਰ 'ਚ ਪਾ ਸਕੀਏ। ਸਰਦਾਰ ਬਿਰਸਾ ਸਿੰਘ
बिरसा सिंह बलटोहा साहब, मनप्रीत सिंह संधू साहब और मीत हेयर साहब, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਪਿਆਰੇ ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਸਾਰੇ ਸਾਡੇ ਨਾਲ ਇਸ ਚਰਚਾ 'ਚ ਸ਼ਾਮਲ ਹੋਏ। ਔਰ ਕੱਲ ਸਵੇਰੇ ਮੁਲਾਕਾਤ ਕਰਾਂਗੇ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ, ਤੇ ਕੱਲ ਸ਼ਾਮ ਨੂੰ ਫਿਰ ਮੁਲਾਕਾਤ ਹੋਵੇਗੀ ਚਰਚਾ ਪ੍ਰੋਗਰਾਮ 'ਚ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।